ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਪੋਲੀਟੀ ਦੀ ਮੈਰਾਥਨ ਕਲਾਸ। ਠੀਕ ਹੈ, ਇਹਦੇ ਵਿੱਚੋਂ ਹੀ ਪ੍ਰਸ਼ਨ ਤੁਹਾਨੂੰ ਮਿਲਣਗੇ, ਕਿਉਂਕਿ ਪਿਛਲੇ ਪੇਪਰਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੈਗਾ ਜੀ, ਜਿਵੇਂ ਆਪਣਾ ਪੇਪਰ ਜਿੰਨਾ ਵੀ ਆਪਾਂ ਸਿਲੇਬਸ ਕਰਵਾਇਆ ਸੀ, ਬਹੁਤ ਸਿਲੇਬਸ ਆਪਣੇ ਕਰਵਾਏ ਹੋਏ 'ਚੋਂ ਆਇਆ ਹੈਗਾ। ਉਵੇਂ ਜਿਵੇਂ ਜਿਹੜੇ ਇਹ ਪ੍ਰਸ਼ਨ ਆ, ਇਹ ਵੀ ਤੁਹਾਨੂੰ ਉਸ ਤਰ੍ਹਾਂ ਨਾਲ ਹੀ ਹੋਣਗੇ। ਠੀਕ ਹੈ ਨਾ, ਜਿਹੜੀ ਕੋਈ ਮਤਲਬ ਅੱਧੇ ਬੱਚੇ ਕਹਿ ਰਹੇ ਸੀ ਕਿ ਐਕਟ ਉਕਟ ਬਹੁਤ ਪੁੱਛੇ ਉਹਨਾਂ ਨੇ, ਤਾਂ ਉਹ ਸਾਰੇ ਐਕਟ ਉਕਟ ਇਹਦੇ ਵਿੱਚ ਮੌਜੂਦ ਆ ਭਾਈ। ਠੀਕ ਹੈ, ਤੇ ਸਾਰਾ ਕੁਝ ਤੁਹਾਨੂੰ ਇਹਦੇ 'ਚ ਮਿਲੂਗਾ। PDF ਵੀ ਤੁਹਾਨੂੰ ਮੇਰੀ ਪ੍ਰੋਵਾਈਡ ਕਰਵਾ ਦੂੰਗਾ। ਮੇਰਾ ਅੱਜ ਟਾਈਮ ਤਾਂ ਖਰਾਬ ਹੋ ਗਿਆ, ਇੱਕ ਵੀਡੀਓ ਇੱਕ ਪਹਿਲਾਂ ਬਣਾਈ ਸੀ ਉਹ ਸਹੀ ਨਹੀਂ ਬਣੀ, ਉਹਦੇ 'ਚ ਥੋੜ੍ਹੀ ਮੋਟੀ ਘਾਟ ਵੱਧ ਰਹਿ ਗਈ ਸੀ ਕੋਈ। ਇਸ ਤੋਂ ਬਾਅਦ ਜਿਹੜਾ ਇਹ ਭਾਈ ਅੱਜ ਮੈਂ ਤੁਹਾਨੂੰ MC ਕਹੂੰਗਾ, ਇਹ ਬਾਈਲੈਂਗੁਅਲ ਹੋਣਗੇ। ਕਹਿੰਦਾ ਮਤਲਬ ਕਿ ਇੰਗਲਿਸ਼ ਪਲੱਸ ਪੰਜਾਬੀ ਦੋਨੇ ਲੈਂਗੁਏਜ ਦੇ ਵਿੱਚ ਹੋਣਗੇ ਇਹ। ਠੀਕ ਹੈ, ਅਤੇ ਦੂਸਰੀ ਗੱਲ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਭਾਈ। ਠੀਕ ਹੈ, ਹੁਣ ਆਪਣਾ ਨੈਕਸਟ ਟਾਰਗੇਟ ਹੈਗਾ ਭਾਈ 90,000 ਦਾ। ਠੀਕ ਹੈ, 90,000 'ਤੇ ਜਾ ਕੇ ਹੁਣ ਆਪਾਂ ਗੱਲ ਕਰਾਂਗੇ। ਹੁਣ 90,000 ਪੂਰਾ ਕਰ ਦਿਓ। ਦੇਖੋ ਪੁੱਤਰੋ, ਜੇ ਤੁਹਾਨੂੰ ਮੇਰੇ ਕੋਲ ਲੱਗਦਾ ਕਿ ਤੁਹਾਨੂੰ ਭਾਈ ਮੇਰੇ ਕੋਲੋਂ ਪੜ੍ਹ ਕੇ ਕੁਛ ਸਿੱਖਣ ਨੂੰ ਮਿਲਿਆ ਹੈਗਾ, ਠੀਕ ਹੈ, ਫਿਰ ਤਾਂ ਕੋਈ ਚੱਕਰ ਨਹੀਂ, ਕੰਟੀਨਿਊ ਚੱਲੋ। ਜਿਹੜੇ ਬੱਚੇ ਨੂੰ ਲੱਗਦਾ ਕਿ ਭਾਈ ਮੈਂ ਇੱਥੇ ਆ ਕੇ ਟਾਈਮ ਖ਼ਰਾਬ ਕੀਤਾ ਹੈਗਾ, ਇੱਕ ਦੋ ਬੱਚੇ ਹੈਗੇ ਸੀ ਕੱਲ੍ਹ ਕਮੈਂਟ ਕਰੀ ਜਾਂਦੇ ਸੀ ਕਿ ਜੀ ਸਾਨੂੰ ਤਾਂ ਉਹ ਨਹੀਂ ਕਿ ਤੁਹਾਡੇ ਇਹਦੇ 'ਚ ਕੰਟੈਂਟ ਸਹੀ ਨਹੀਂ ਹੈਗਾ। ਮੈਂ ਉਹੀ ਬੱਚੇ ਨੂੰ ਕਹਿਣਾ ਚਾਹੁੰਦਾ ਕਿ ਪੁੱਤਰੋ, YouTube 'ਤੇ ਬਹੁਤ ਸਾਰੇ ਚੈਨਲ ਹੈ, ਬਹੁਤ ਚੈਨਲ ਹੈ, ਇੱਕ ਅੱਧਾ ਨਹੀਂ ਹੈਗਾ, ਬਹੁਤ ਹੈਗੇ। ਤਾਂ ਕਰਕੇ ਜਿਹਨੂੰ ਕੋਈ ਲੱਗਦਾ ਕਿ ਭਾਈ ਮੈਨੂੰ ਇਹ ਚੈਨਲ ਤੋਂ ਕੁਝ ਸਿੱਖਣ ਨੂੰ ਨਹੀਂ ਮਿਲਿਆ, ਜਾਂ ਮੈਨੂੰ ਕੋਈ ਨਹੀਂ ਲੱਗਦਾ ਕਿ ਪੇਪਰ ਦੇ ਵਿੱਚ ਕੋਈ ਚੀਜ਼ ਆਈ ਹੈ ਇਹਨਾਂ ਦੀ ਕਰਵਾਈ ਹੋਈ, ਤਾਂ ਕਿੱਥੇ ਮਰਜ਼ੀ ਜਾ ਸਕਦੇ ਹੋ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ। ਠੀਕ ਹੈ, ਮੇਰਾ ਕੋਈ ਇਹ ਕੰਮਾਂ 'ਤੇ ਕੋਈ ਮੇਰਾ ਉਹ ਨਹੀਂ ਚੱਲਦਾ ਕਿ ਟਾਈਮ ਮੇਰਾ ਕੀ ਮਤਲਬ ਰੋਟੀ ਮੇਰੀ ਇਹ ਕੰਮ 'ਤੇ ਹੀ ਪੱਕਦੀ ਹੈ। ਠੀਕ ਹੈ, ਕੰਮ ਹੋਰ ਵੀ ਬਹੁਤਾ ਕਰਨ ਵਾਸਤੇ। ਠੀਕ ਹੈ ਨਾ, ਮੈਂ ਤਾਂ ਸਿਰਫ ਉਹੀ ਬੱਚਿਆਂ ਨੂੰ ਪੜ੍ਹਾਉਣਾ ਜਿਹੜੇ ਵਿਸ਼ਵਾਸ ਕਰਦੇ ਆ, ਬਾਕੀਆਂ 'ਤੇ ਨਹੀਂ। ਠੀਕ ਹੈ, ਮੇਰਾ ਉਹ ਕੰਮ ਨਹੀਂ ਹੈਗਾ ਕਿ 2 ਦਿਨ ਕਲਾਸ ਲਾ ਕੇ ਤੀਜੇ ਦਿਨ ਕਹਿੰਦਾ ਕਿ ਵੀ ਆਹ ਚੁੱਕੋ 500 ਰੁਪਇਆ ਦਿਓ, 100 ਰੁਪਇਆ ਦਿਓ, ਕਿ ਨੋਟਸ ਭੇਜੋ। ਜੇ ਰੁਪਈਏ ਵੱਟਣ ਵਾਲਾ ਕੰਮ ਹੁੰਦਾ ਨਾ, ਇੱਕ ਨੇ ਹੋਰ ਲਿਖਿਆ ਸੱਚ, ਕਹਿੰਦਾ ਜੀ ਪੈਸੇ ਦੇ ਲਾਲਚ 'ਚ ਕੀ ਮਤਲਬ ਤੁਸੀਂ ਉਹ ਨਾ ਕਰੋ, ਪਤਾ ਕੀ ਨਾ ਕਰੋ। ਗੱਲ ਮੈਨੂੰ ਅੱਧੀ ਸਮਝ ਨਹੀਂ ਆਈ ਉਹਦੀ, ਕਿਉਂਕਿ ਬਾਅਦ 'ਚ ਮੈਸੇਜ ਡਿਲੀਟ ਕਰ ਗਿਆ ਉਹ, ਕਿਉਂਕਿ ਮੈਥੋਂ ਗਾਲਾਂ ਨਿਕਲ ਗਈਆਂ, ਕਿਉਂਕਿ ਮਾਸਟਰ ਘੱਟ ਦੂਜਾ ਬੰਦਾ ਜ਼ਿਆਦਾ ਗਾਲਾਂ ਗੂਲਾਂ ਲਈ। ਠੀਕ ਹੈ ਨਾ, ਅਤੇ ਤਾਂ ਕਰਕੇ ਇਹ ਚੀਜ਼ ਹੋ ਜਾਂਦੀ। ਮੇਰਾ ਕਈ ਵਾਰੀ ਗੁੱਸਾ ਵੱਧ ਚੜ੍ਹ ਜਾਂਦਾ ਮੈਨੂੰ ਵੀ, ਤੁਹਾਡੇ ਵਰਗੀਆਂ ਮੈਂ ਵੀ। ਹੁਣ ਤੁਸੀਂ ਘਰੇ ਰਿੰਗਦੇ ਹੁੰਦੇ ਜੋ ਲੜ ਪੈਂਦੇ ਹੋ, ਤਾਂ ਕਰਕੇ ਬਸ ਇਹੀ ਗੱਲਾਂ ਹੁੰਦੀਆਂ ਕਿ ਜਦੋਂ ਭਾਈ ਆਪਣਾ ਹੈਗਾ ਦੇਸੀ ਤਰੀਕਾ ਪੜ੍ਹਾਉਣ ਦਾ ਜਮਾਂ। ਠੀਕ ਹੈ, ਜੇ ਕੋਈ ਗਲਤ ਬੋਲਦਾ ਫਿਰ ਮੈਂ ਜੇ ਅਗਲਾ ਇੱਕ ਗੱਲ ਮੂਹਰੋਂ ਗਲਤ ਕਹਿੰਦਾ ਮੈਂ 4 ਕਹਿਣਾ ਮੂਹਰੋਂ। ਮੇਰਾ ਉਹ ਕੰਮ ਨਹੀਂ ਹੈਗਾ ਕਿ ਸੁਣ ਕੇ ਬਾਅਦ ਵਿੱਚ ਇੱਥੇ ਮਿੰਟਾਂ ਜਿਹਾ ਕਰੀ ਜਾਵਾਂ ਜੀ ਮੈਨੂੰ ਐਂ ਕਮੈਂਟ ਨਾ ਕਰਿਆ ਕਰੋ। ਠੀਕ ਹੈ, ਜੇ ਕਿਸੇ 'ਚ ਕੋਈ ਹਿੰਮਤ ਹੈਗੀ ਹੈ ਭਾਈ ਗਾਲ ਗੂਲ ਕੱਢਣੀ ਹੈ ਨਾਲ ਨਾ, ਜੇ ਆਪਦੇ ਮਤਲਬ ਅਸਲੀ ਲਾ ਦਿਓ ਘਰਦਿਆਂ ਦੀ ਨਾਲ ਨਾ, ਫਿਰ ਮੈਨੂੰ ਮੈਸੇਜ ਦੇ ਨਾਲ ਆਪਦਾ ਨੰਬਰ ਲਿਖ ਕੇ ਨਾ, ਫਿਰ ਕੋਈ ਗਲਤ ਵਲਤ ਗੱਲ ਕਿਹਾ ਕਰੋ। ਉਹਨਾਂ ਚਿਰ ਨਾ ਕਿਹਾ ਕਰੋ, ਨਹੀਂ ਤੁਹਾਡਾ ਕਹਿਣ ਦਾ ਕੋਈ ਹੱਕ ਨਹੀਂ। ਜੇ ਕਿਸੇ ਦੇ ਵਿੱਚ ਕਹਿਣ ਦੇ ਵਿੱਚ ਕੋਈ ਹੈਗੀ ਆ ਪਾਵਰ ਕਿ ਭਾਈ ਮੈਂ ਕਹਿਣਾ ਗਾ, ਤਾਂ ਨਾਲ ਨੰਬਰ ਲਿਖ ਕੇ ਜ਼ਰੂਰ ਸੈਂਡ ਕਰ ਦਿਆ ਕਰੋ। ਫਿਰ ਗਲਤ ਗੱਲ ਬੋਲਿਆ ਕਰੋ ਕੋਈ ਵੀ ਜੋ ਬੋਲਣੀ ਹੁੰਦੀ ਹੈ। ਠੀਕ ਹੈ, ਅਤੇ ਬਾਕੀ ਜਿਹੜੇ ਬੱਚੇ ਆਪਣੇ ਪਿਆਰ ਕਰਨ ਵਾਲੇ ਉਹ ਆਪਾਂ ਨੂੰ ਪਤਾ ਹੀ ਆ ਸਾਰੇ। ਠੀਕ ਹੈ ਨਾ, ਇਹ ਵਿੱਚ ਹੁੰਦੀਆਂ ਗਈਆਂ ਭੇਡਾਂ ਇੱਕ ਦੋ। ਅਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਭਾਈ ਲੈਕਚਰ ਪਹਿਲਾ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਭਾਈ। ਠੀਕ ਹੈ ਨਾ, ਦੇਖੋ, ਕੇਂਦਰ ਸਰਕਾਰ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ। ਠੀਕ ਹੈ, ਕੇਂਦਰ ਸਰਕਾਰ ਹੈ ਜਿਹੜੀ ਆਪਣੀ ਸੈਂਟਰ ਦੀ ਸਰਕਾਰ ਆ, ਉਹਦੇ ਵਿਰੁੱਧ ਆਪਾਂ ਅਵਿਸ਼ਵਾਸ ਦਾ ਮਤਾ ਪਾਸ ਕਰਨਾ ਗਾ। ਕਹਿੰਦਾ ਮਤਲਬ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਆਪਾਂ। ਤਾਂ ਇਹਨਾਂ ਵਿੱਚੋਂ ਜਿਹੜਾ ਉਹ ਮਤਾ ਹੈਗਾ ਉਹ ਕਿਹਦੇ ਵਿੱਚ ਪੇਸ਼ ਕੀਤਾ ਜਾਊਗਾ? ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ, ਦੋਵਾਂ ਦੇ ਵਿੱਚ, ਕਿ ਰਾਸ਼ਟਰਪਤੀ ਦੇ ਅੱਗੇ? ਤਾਂ ਇਹ ਕੀਤਾ ਜਾਊਗਾ ਭਾਈ ਇਹ ਨੰਬਰ ਸਿਰਫ ਲੋਕ ਸਭਾ ਦੇ ਵਿੱਚ ਹੀ ਪਾਸ ਕੀਤਾ ਜਾਊਗਾ। ਠੀਕ ਹੈ, ਕੇਂਦਰ ਸਰਕਾਰ ਨੂੰ ਜਿਹੜਾ ਆਪਾਂ ਹਟਾਉਣਾ ਜਾਂ ਅਵਿਸ਼ਵਾਸ ਦਾ ਮਤਾ ਪਾਸ ਕਰਨਾ, ਇਹ ਆਪਾਂ ਕਿਹਦੇ ਮੂਹਰੇ ਦਾਖਲ ਕਰਾਂਗੇ? ਸਿਰਫ ਅਤੇ ਸਿਰਫ ਲੋਕ ਸਭਾ ਮੂਹਰੇ ਦਾਖਲ ਕਰਾਂਗੇ। ਇਸ ਤੋਂ ਬਾਅਦ ਆਹੀ ਪ੍ਰਸ਼ਨ ਇੰਗਲਿਸ਼ 'ਚ ਦੇਖੋ, ਇਹ ਨੋ ਕੌਨਫੀਡੈਂਸ ਮੋਸ਼ਨ ਅਗੇਂਸਟ ਦਾ ਯੂਨੀਅਨ ਗੌਰਮੈਂਟ ਕੈਨ ਵੀ ਇੰਟੀਗ੍ਰੇਟਡ ਇਨ ਵਿੱਚ ਅਮੰਗ ਦਾ ਫੋਲੋਇੰਗ। ਇਹਦਾ ਮਤਲਬ ਇਹੀ ਹੈ ਕਿ ਆਪਾਂ ਜਿਹੜਾ ਅਵਿਸ਼ਵਾਸ ਦਾ ਮਤਾ ਕਿਹਦੇ ਮੂਹਰੇ ਰੱਖਾਂਗੇ? ਲੋਕ ਸਭਾ ਮੂਹਰੇ ਰੱਖਾਂਗੇ। ਠੀਕ ਹੈ, ਅੱਧੇ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਸੀ, ਤਾਂ ਕਰਕੇ ਮੈਨੂੰ ਇਹ ਚੀਜ਼ ਕਰਨੀ ਪਈ ਹੈ। ਇਸ ਤੋਂ ਬਾਅਦ ਰਾਜਾਂ ਦੇ ਖਾਤਿਆਂ ਨਾਲ ਸੰਬੰਧਿਤ ਭਾਰਤ ਦੇ ਕੰਟਰੋਲਰ ਐਂਡ ਐਡੀਟਰ ਜਨਰਲ ਦੀਆਂ ਰਿਪੋਰਟਾਂ ਹੇਠ ਲਿਖਿਆ ਜੋ ਕਿਸੇ ਨੂੰ ਸੌਂਪੀਆਂ ਜਾਂਦੀਆਂ। ਜਿਹੜਾ ਆਪਣਾ ਕੈਗ ਹੁੰਦਾ ਗਾ, ਕੈਗ ਕੰਟਰੋਲਰ ਐਡੀਟਰ ਆਫ ਜਨਰਲ, ਆਰਟੀਕਲ 148 'ਚ ਆ ਜਾਂਦਾ। ਤਾਂ ਇਹ ਆਪਣੇ ਜਿਹੜੇ ਸਰਕਾਰ ਦਾ ਕੋਈ ਮਤਲਬ ਕੋਈ ਖਾਤੇ ਹੁੰਦੇ ਆ ਸਰਕਾਰੀ, ਉਹ 'ਚ ਪੈਸਾ ਲੈ ਕੇ ਆਉਣਾ, ਉਹਦਾ ਪੈਸਾ ਕਿਸੇ ਨੂੰ ਦੇਣਾ, ਕਿਸੇ ਦੀ ਗਰਾਂਟ ਦੇਣੀ, ਕਿਸੇ ਨੂੰ ਗਰਾਂਟ ਲੈਣੀ, ਇਹ ਸਾਰਾ ਕੰਮ ਜਿਹੜਾ ਕਰਦਾ ਹੁੰਦਾ ਇਹ ਕੈਗ ਕਰਦਾ ਹੁੰਦਾ। ਕੈਗ ਨੂੰ ਕਹਿੰਦੇ ਕੰਟਰੋਲਰ ਐਡੀਟਰ ਆਫ ਜਨਰਲ। ਜਿਹੜੀਆਂ ਇਹ ਸਾਰੀਆਂ ਰਿਪੋਰਟਾਂ ਹੁੰਦੀਆਂ ਕਿਹਨੂੰ ਦਿੰਦਾ ਗਾ? ਤਾਂ ਭਾਈ ਆਪਣੀਆਂ ਸਾਰੀਆਂ ਰਿਪੋਰਟਾਂ ਇਹ ਦਿੰਦਾ ਗਾ ਰਾਜਪਾਲ ਨੂੰ। ਇਹ ਗੱਲ ਯਾਦ ਰੱਖਣੀ ਹੈ, ਇਹਨਾਂ ਸਾਰੀਆਂ ਰਿਪੋਰਟਾਂ ਕਿਹਨੂੰ ਦਿੰਦਾ ਗਾ? ਤਾਂ ਰਾਜਪਾਲ। ਠੀਕ ਹੈ ਜੀ, ਇਹਦਾ ਆਨਸਰ ਹੈਗਾ ਰਾਜਪਾਲ। ਇਹ ਕਿਹੜਾ ਕੰਟਰੋਲਰ ਹੁੰਦਾ ਯਾਰ, ਰਿਪੋਰਟਾਂ ਕਿਹਨੂੰ ਪੇਸ਼ ਕਰਦਾ? ਰਾਜਪਾਲ ਨੂੰ ਪੇਸ਼ ਕਰਦਾ। ਇਸ ਤੋਂ ਬਾਅਦ ਅੱਗੇ ਰਾਜਪਾਲ ਨੂੰ ਮੈਂ ਗਵਰਨਰ ਕਹਿ ਦਿੰਦਾ। ਦੇਖੋ
ਦ ਰਿਪੋर्ट ऑफ द कंट्रोलर एडिटर ऑफ जर्नल इंडिया रिलेटिंग टू अकाउंट ऑफ द स्टेट एंड सबमिटेड टू विच स्टेट ਦੇ ਵਿੱਚ ਕਿਹਨੂੰ ਅਬਮਿਟਡ ਕਰਦਾ ਕਿਆ ਹੈਗਾ, ਜਿਹੜਾ ਸਟੇਟ ਦਾ ਹੁੰਦਾ ਗਾ। ਇਹ ਕਹਿੰਦੇ ਸਟੇਟ ਦਾ ਜਿਹੜਾ ਗਵਰਨਰ ਉਹ ਹੁੰਦਾ ਉਹ ਰਿਪੋਰਟਾਂ ਕਿਹਨੂੰ ਦਿੰਦਾ ਗਾ, ਗਵਰਨਰ ਨੂੰ ਦੇਊਗਾ, ਜਿਹੜਾ ਸਟੇਟ ਦਾ ਕਿਆ ਹੈਗਾ ਗਾ। ਠੀਕ ਹੈ। ਅਤੇ ਜਿਹੜਾ ਹੁੰਦਾ ਆਪਣਾ ਦੂਸਰਾ ਇੰਡੀਆ ਦਾ ਕਿਆ ਹੈਗਾ ਹੁੰਦਾ ਜਿਹੜਾ, ਉਹ ਆਪਣੀ ਰਿਪੋਰਟ ਦੇਊਗਾ ਪ੍ਰੈਜ਼ੀਡੈਂਟ ਨੂੰ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅੱਗੇ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਮਨੀ ਬਿੱਲ ਨੂੰ ਕਰਦਾ। ਮਨੀ ਬਿੱਲ ਵਾਸਤੇ ਕਿਹੜਾ ਆਰਟੀਕਲ ਆਉਂਦਾ, ਆਰਟੀਕਲ ਮਨੀ ਬਿੱਲ ਬਾਰੇ ਆਉਂਦਾ 110। ਇਹ ਮਨੀ ਬਿੱਲ ਬਾਰੇ ਹੁੰਦਾ ਗਾ। ਅਤੇ ਆਰਟੀਕਲ 112 ਕਾਹਦੇ ਵਾਸਤੇ ਹੁੰਦਾ, ਇਹ ਹੁੰਦਾ ਬਜਟ ਵਾਸਤੇ। ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਆਈ ਪ੍ਰਸ਼ਨ ਇੰਗਲਿਸ਼ 'ਚ ਪਿਆ ਗਾ ਵਿੱਚ ਅਮੰਗ ਆਫ ਦਾ ਫੋਲੋਇੰਗ ਆਰਟੀਕਲ ਡਿਫਾਈਨ ਦਾ ਮਨੀ ਬਿੱਲ। ਇਹਨਾਂ ਵਿੱਚੋਂ ਕਿਹੜਾ ਆਰਟੀਕਲ ਮਨੀ ਬਾਰੇ ਦੱਸਦਾ ਗਾ, ਮਨੀ ਬਿੱਲ ਬਾਰੇ 110। ਹੇਠ ਲਿਖਿਆ ਵਿੱਚ ਕੌਣ ਭਾਰਤੀ ਹਥਿਆਰਬੰਦ ਬਲਾਂ ਦਾ ਸੁਪਰੀਮ ਕਮਾਂਡਰ ਹੁੰਦਾ ਹੈ। ਕਹਿਣ ਦਾ ਮਤਲਬ ਕਿ ਹੂ ਮੰਗ ਦਾ ਫੋਲੋਇੰਗ ਇਹਦਾ ਸੁਪਰੀਮ ਕਮਾਂਡਰ ਆਫ ਇੰਡੀਅਨ ਆਰਮਡ, ਜਿਹੜੀ ਆਪਣੀ ਆਰਮਡ ਪੁਲਿਸ ਹੁੰਦੀ ਹੈ, ਆਪਣੀ ਜਿਹੜੀ ਵੀ ਫੌਜ ਹੁੰਦੀ ਹੈ ਭਾਰਤ ਦੀ, ਉਹਦਾ ਜਿਹੜਾ ਕਮਾਂਡਰ ਹੁੰਦਾ ਉਹ ਕਿਹਨੂੰ ਕੌਣ ਹੁੰਦਾ, ਉਹ ਹੁੰਦਾ ਪ੍ਰੈਜ਼ੀਡੈਂਟ ਆਫ ਇੰਡੀਆ। ਇਹ ਤੁਹਾਨੂੰ ਕਰਵਾ ਕੇ ਗਿਆ ਹੋਇਆ ਮੈਂ। ਠੀਕ ਹੈ। ਇਹ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਇਸ ਤੋਂ ਬਾਅਦ ਸਿੰਧੀ ਭਾਸ਼ਾ ਸਾਡੇ ਸੰਵਿਧਾਨ ਦੇ 8ਵੇਂ ਅਨੁਸੂਚੀ ਦੇ ਵਿੱਚ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿੱਚ ਕਿਸ ਸਾਲ ਵਿੱਚ ਸ਼ਾਮਲ ਕੀਤੀ ਗਈ ਸੀ। ਵੈਰੀ ਇੰਪੋਰਟੈਂਟ ਸਵਾਲ ਆ ਭਾਈ। ਇਹ ਕੀਤੀ ਗਈ ਸੀ ਆਪਣੇ 1967 ਦੇ ਵਿੱਚ। ਕਦੋਂ ਕੀਤੀ ਗਈ ਸੀ, 1967 ਦੇ ਵਿੱਚ। ਠੀਕ ਹੈ ਜੀ। ਤਾਂ ਸਿੰਧੀ ਭਾਸ਼ਾ ਕਰੀ ਗਈ ਸੀ ਆਪਣੇ B ਨੰਬਰ ਆਪਸ਼ਨ 1967 ਦੇ ਵਿੱਚ। ਸਭ ਤੋਂ ਪਹਿਲਾਂ ਦੇਖੋ ਜਿਹੜਾ ਆਪਣਾ ਸੰਵਿਧਾਨ ਬਣਿਆ ਸੀ ਮੂਲ ਰੂਪ ਦੇ ਵਿੱਚ 14 ਭਾਸ਼ਾਵਾਂ ਸ਼ਾਮਲ ਸੀ ਇਹਦੇ ਵਿੱਚ ਪਹਿਲਾਂ। ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਹੁਣ 22 ਹੈ, ਪਹਿਲਾਂ 14 ਸੀ। ਆਹ ਪਿਆ ਦੇਖੋ 1967 ਦੇ ਵਿੱਚ 21ਵੀਂ ਸੋਧ ਹੋਈ ਸੀ 1967 ਵਿੱਚ ਸਿੰਧੀ ਭਾਸ਼ਾ ਨੂੰ ਜੋੜਿਆ ਗਿਆ ਸੀ। ਅਤੇ ਇਸ ਤੋਂ ਬਾਅਦ ਕੋਕਣੀ ਮਣੀਪੁਰੀ, ਇਹ ਵੀ ਯਾਦ ਕਰ ਲਓ। ਇਹ ਪ੍ਰਸ਼ਨ ਵੀ ਬਹੁਤ ਪੁੱਛਿਆ ਜਾਂਦਾ। ਆਹ ਲਾਈਨ ਪੱਕੀ ਯਾਦ ਰੱਖਣੀ ਹੈ। ਕੋਕਣੀ ਮਣੀਪੁਰੀ ਨੇਪਾਲੀ ਬਾਰੇ ਇਹਨਾਂ ਬਾਰੇ ਪੁੱਛ ਸਕਦੇ ਆ। ਠੀਕ ਹੈ। ਦੇਖੋ ਆਹੀ ਆਪਰੇਸ਼ਨ ਦੁਬਾਰਾ ਰਿਪੀਟ ਹੋ ਗਿਆ ਇੰਗਲਿਸ਼ 'ਚ ਇੱਕ ਵਾਰੀ। ਭਾਰਤ ਦਾ ਸੰਵਿਧਾਨ ਆਪਣਾ ਅੰਤਮ ਅਧਿਕਾਰ ਦੇਸ਼ ਤੋਂ ਪ੍ਰਾਪਤ ਕਰਦਾ ਹੈ। ਦ ਕੌਨਸਟੀਟਿਊਸ਼ਨ ਆਫ ਇੰਡੀਆ ਡਰਾਈਵ ਇਨ ਅਲਟੀਮੇਟ ਅਥਾਰਟੀ, ਜਿਹੜਾ ਆਪਣਾ ਭਾਰਤ ਦਾ ਸੰਵਿਧਾਨ ਹੈ ਇਹ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਕਿਸ ਤੋਂ ਲੈਂਦਾ ਹੈ। ਇਹ ਗੱਲ ਕਹਿ ਰਹੇ ਭਾਰਤ ਦਾ ਸੰਵਿਧਾਨ ਆਪਣਾ ਅੰਤਮ ਅਧਿਕਾਰ ਕਿਸ ਤੋਂ ਪ੍ਰਾਪਤ ਕਰਦਾ ਹੈ। ਇਹ ਕਰਦਾ ਭਾਈ ਆਪਣਾ ਭਾਰਤ ਦੇ ਲੋਕਾਂ ਤੋਂ। C ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਆਊਗਾ। ਠੀਕ ਹੈ। ਅੰਤਮ ਅਧਿਕਾਰ ਭਾਰਤ ਦੇ ਲੋਕਾਂ ਤੋਂ ਪ੍ਰਾਪਤ ਕਰਦਾ ਹੈਗਾ। ਸੰਵਿਧਾਨ ਲੋਕਾਂ ਤੋਂ ਆਪਣਾ ਅਧਿਕਾਰ ਖੋਹਦਾ ਹੈ। ਠੀਕ ਹੈ। ਅਤੇ ਲੋਕਾਂ ਦੇ ਨਾਮ 'ਤੇ ਜਾਰੀ ਕੀਤਾ ਗਿਆ ਹੈ। ਇਹ ਉਸ ਤੋਂ ਪ੍ਰਸਤਾਵ ਤੋਂ ਸਪਸ਼ਟ ਹੁੰਦਾ ਕਿ ਜਿਸ ਵਿੱਚ ਕਿਹਾ ਗਿਆ ਸੀ ਭਾਰਤ ਦੇ ਲੋਕ ਹਾਂ। ਕਹਿੰਦੇ ਨਹੀਂ ਹੁੰਦੇ ਆਪਾਂ ਜਦੋਂ ਸੰਵਿਧਾਨ ਸ਼ੁਰੂ ਹੁੰਦਾ ਉਹਦੇ ਲਈ ਕਹਿੰਦਾ ਵੀ ਆਰ ਪੀਪਲ। ਭਾਰਤ ਦਾ ਸੰਵਿਧਾਨ ਆਪਣਾ ਅੰਤਮ ਅਧਿਕਾਰ ਲੋਕਾਂ ਤੋਂ ਪ੍ਰਾਪਤ ਕਰਦਾ ਹੈ, ਭਾਰਤ ਦੇ ਲੋਕਾਂ ਤੋਂ ਪ੍ਰਾਪਤ ਕਰਦਾ। ਬਸ ਇਹੀ ਗੱਲ ਯਾਦ ਰੱਖਣੀ ਹੈ, ਪੀਪਲ ਆਫ ਇੰਡੀਆ। ਇਸ ਤੋਂ ਬਾਅਦ ਹੇਠ ਲਿਖਿਆ ਵਿੱਚੋਂ ਇੱਕ ਅੰਤਰਰਾਜ ਪ੍ਰੀਸ਼ਦ ਦੀ ਸਥਾਪਨਾ ਕੌਣ ਕਰਦਾ ਹੈ। ਵਿਚ ਇਜ਼ ਫੋਲੋਇੰਗ ਦਾ ਕੈਨ ਇਸਟੈਬਲਿਸ਼ ਐਨ ਇੰਟਰ ਸਟੇਟ ਕਾਊਂਸਲ। ਤਾਂ ਇਹ ਬਾਈ ਜੇ ਗੱਲ ਆ ਜਾਏ ਕਿਤੇ ਵੀ ਜਿਹੜੀ ਆਪਣੀ ਇੰਟਰ ਸਟੇਟ ਕਾਊਂਸਲ ਹੁੰਦੀ ਹੈ ਇਹਨੂੰ ਕੌਣ ਇਸਟੈਬਲਿਸ਼ ਕਰਦਾ, ਤਾਂ ਇਹਨੂੰ ਇਸਟੈਬਲਿਸ਼ ਕਰਦਾ ਭਾਈ ਆਪਣਾ ਪ੍ਰੈਜ਼ੀਡੈਂਟ ਰਾਸ਼ਟਰਪਤੀ। ਇਹ ਗੱਲ ਯਾਦ ਰੱਖਿਓ। ਇਹ ਜਬਰੀਸ਼ਨ ਪੇਪਰ 'ਚ ਪੁੱਛੇ ਜਾਂਦੇ ਹੁੰਦੇ ਆ। ਠੀਕ ਹੈ। ਇਸ ਤੋਂ ਬਾਅਦ ਅਗਲਾ ਕਹਿੰਦੇ ਸੰਵਿਧਾਨ ਦੇ 103ਵਾਂ ਜਿਹੜਾ ਐਕਟ ਹੋਇਆ ਸੀ 2019 ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਵਿੱਚ ਹੇਠ ਲਿਖਿਆ ਵਿੱਚੋਂ ਕਿਹੜੇ ਭਾਗਾਂ ਵਿੱਚ ਸੋਧਾਂ ਕੀਤੀਆਂ ਗਈਆਂ ਸੀ। ਜਿਹੜਾ 103ਵਾਂ ਐਕਟ ਹੋਇਆ ਸੀ 2019 ਦੇ ਵਿੱਚ ਉਹਦੇ ਵਿੱਚ ਸੰਵਿਧਾਨ ਦੇ ਕਿਹੜੇ ਭਾਗਾਂ ਦੇ ਵਿੱਚ ਕੀ ਕਰੀਆਂ ਗਈਆਂ ਸੀ, ਸੋਧਾਂ ਕੀਤੀਆਂ ਗਈਆਂ ਸੀ 19 'ਚ। ਤਾਂ ਇਹ ਆਪਾਂ ਦੇਖਦੇ ਹਾਂ ਅੱਗੇ ਜਾ ਕੇ। ਆ ਪਿਆ ਭਾਈ ਕੌਨਸਟੀਟਿਊਸ਼ਨ 103 ਦੇ ਵਿੱਚ ਕਿਹਦੇ ਵਿੱਚ ਅਮੈਂਡਮੈਂਟ ਕੀਤਾ ਗਿਆ ਸੀ। ਇਹ ਕੀਤਾ ਗਿਆ ਸੀ ਭਾਈ ਆਪਣੇ ਫੰਡਾਮੈਂਟਲ ਰਾਈਟਸ ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ। ਕੀ ਕਰੇਗੀ ਸੀ ਉਹਦੇ ਵੀ ਦੇਖ ਲਓ। ਸੰਵਿਧਾਨ 103 ਐਕਟ 2019 ਦੇ ਭਾਗ 3 ਦੇ ਆਰਟੀਕਲ 15 ਤੋਂ 16 ਵਿੱਚ ਬਦਲਾਅ ਕਰਦਾ ਹੈ। ਇਸ ਆਰਟੀਕਲ ਦੇ ਵਿੱਚ 15 ਦੀਆਂ ਧਾਰਾਵਾਂ ਅਤੇ 5 ਵਿੱਚ ਦੱਸੀਆਂ ਕਲਾਸਾਂ ਤੋਂ ਇਲਾਵਾ ਹੋਰ ਵੀ 10% ਦੀ ਰਾਖਵਾਂਕਰਨ ਕਰਤਾ EWS ਦਾ। ਤਾਂ ਜਿਹੜੀ ਉਹ ਕਰੀ ਇਹਨਾਂ ਨੇ ਉਹ ਆਪਣੇ ਫੰਡਾਮੈਂਟਲ ਰਾਈਟ ਦੇ 2019 ਦੇ ਵਿੱਚ ਕੀਤੀ। ਇਹ ਗੱਲ ਯਾਦ ਰੱਖਿਓ। ਇਸ ਤੋਂ ਬਾਅਦ ਅਗਲਾ ਕਹਿੰਦੇ ਸੰਵਿਧਾਨ ਆਰਟੀਕਲ 323A ਅਤੇ ਆਰਟੀਕਲ 323B ਦੇ ਨਵੇਂ ਹਿੱਸੇ XIBA ਜਿਹਨੂੰ ਆਪਾਂ ਕਹਿੰਦੇ ਨੇ 14A ਨੂੰ ਭਾਰਤੀ ਸੰਵਿਧਾਨ ਵਿੱਚ ਕਿਹੜੀ ਸ਼ੋਧ ਦੇ ਅਨੁਸਾਰ ਸ਼ਾਮਲ ਕੀਤਾ ਗਿਆ ਹੈਗਾ। ਠੀਕ ਹੈ। ਇਹਨੂੰ ਭਾਈ ਕਿਹੜੀ ਸ਼ੋਧ ਇਹਨੂੰ ਕਰਿਆ ਗਿਆ 42ਵੀਂ ਸ਼ੋਧ ਦੇ ਅਨੁਸਾਰ ਐਡ ਕੀਤਾ ਗਿਆ। ਇਹ ਗੱਲ ਯਾਦ ਰੱਖਣੀ ਹੈ। ਆਈ ਪ੍ਰਸ਼ਨ ਦੁਬਾਰੇ ਫੇਰ ਆ ਗਿਆ ਦੇਖੋ। ਬਾਏ ਵਿੱਚ ਅਮੈਂਡਮੈਂਟ ਆਫ ਕੌਨਸਟੀਟਿਊਸ਼ਨ ਆਰਟੀਕਲ 323
ਐਡਮਿਨਿਸਟਰ ਟ੍ਰਾਈਬਿਊਨਲ ਅਤੇ ਆਰਟੀਕਲ 32(20) ਟ੍ਰਾਈਬਿਊਨਲ ਆਫ ਆਰਡਰ ਮੈਟਰ, ਇਹਨਾਂ ਵਾਸਤੇ ਆਹ ਨਵਾਂ ਇੱਕ ਸ਼ਾਮਲ ਕੀਤਾ ਗਿਆ। ਇਹ ਗੱਲ ਯਾਦ ਰੱਖਣੀ ਹੈ। ਨਿਯਮਨ ਲਿਖਤ ਦੇ ਵਿੱਚ ਕੌਣ ਰਾਜਾਂ ਦੀ ਪ੍ਰੀਸ਼ਦ ਦਾ ਪਦ ਕਾਰਜਕਾਰੀ ਚੇਅਰਮੈਨ ਹੁੰਦਾ ਹੈ? ਰਾਜਾਂ ਦੀ ਪ੍ਰੀਸ਼ਦ ਦਾ ਦੇਖੋ ਕੀ ਕਹਿਣਾ ਚਾਹੁੰਦੇ ਆ। ਵਿੱਚ ਹੀ ਦਾ ਫੋਲੋਇੰਗ ਦਾ ਐਕਸ ਆਫ ਚੇਅਰਮੈਨ ਆਫ ਕਾਉਂਸਲ ਆਫ ਸਟੇਟ। ਕਾਉਂਸਲ ਆਫ ਸਟੇਟ ਕੌਣ ਹੁੰਦਾ? ਇਹ ਆਪਾਂ ਬਹੁਤ ਵਾਰੀ ਕਰਕੇ ਅੰਗਰੇਜ਼ੀ ਦੇ ਵਿੱਚ ਕਰਵਾ ਕੇ ਗਿਆ ਸੀ ਤੁਹਾਨੂੰ ਮੈਂ ਕਿ ਕਾਉਂਸਲ ਆਫ ਸਟੇਟ ਕੀ ਹੁੰਦਾ। ਬਈ ਕਾਉਂਸਲ ਆਫ ਸਟੇਟ ਹੁੰਦਾ ਗਾ ਉਪ ਰਾਸ਼ਟਰਪਤੀ, ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਵਾਈਸ ਪ੍ਰੈਜ਼ੀਡੈਂਟ, ਇਹਨੂੰ ਆਪਾਂ ਉਪ ਰਾਸ਼ਟਰਪਤੀ ਨੂੰ ਕਹਿੰਦੇ ਨੇ ਕਾਉਂਸਲ ਆਫ ਸਟੇਟ। ਇਹ ਗੱਲ ਯਾਦ ਰੱਖਣੀ, ਕਿਤੇ ਵੀ ਤੁਹਾਨੂੰ ਕਾਉਂਸਲ ਆਫ ਸਟੇਟ ਮਿਲਿਆ ਦੇ ਜੇ ਤਾਂ ਉੱਥੇ ਤੁਸੀਂ ਇਹ ਆਨਸਰ ਲਾ ਕੇ ਆਉਣਾ ਹੁੰਦਾ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਵਿੱਚ ਅਮੰਗ ਆਫ ਦਾ ਫੋਲੋਇੰਗ, ਇਹਨਾਂ ਦੇ ਵਿੱਚੋਂ ਕਿਹੜਾ, ਠੀਕ ਹੈ, ਨਾਟ ਕਮ ਅੰਡਰ ਫੰਡਾਮੈਂਟਲ ਡਿਊਟੀ, ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਫੰਡਾਮੈਂਟਲ ਡਿਊਟੀਆਂ ਦੇ ਵਿੱਚ ਨਹੀਂ ਆਉਂਦੀ? ਠੀਕ ਹੈ, ਟੂ ਪ੍ਰੋਟੈਕਟ ਇੰਪਰੂਵ ਨੈਚੁਰਲ ਇਨਵਾਇਰਮੈਂਟ, ਜਿਹੜਾ ਇਨਵਾਇਰਮੈਂਟ ਆ ਇਹ ਵੀ ਆਪਣੀ ਫੰਡਾਮੈਂਟਲ ਡਿਊਟੀ ਦੇ ਵਿੱਚ ਆਉਂਦਾ ਗਾ। ਇਸ ਤੋਂ ਬਾਅਦ ਟੂ ਡਿਵੈਲਪ ਸਾਇੰਟੀਫਿਕ ਟੈਂਪਰ, ਹਿਊਮਨ ਸਪਿਰਿਟ ਆਫ ਇਨਕੁਆਇਰੀ ਐਂਡ ਰੀਫਾਰਮ, ਮਨੁੱਖਤਾ ਦੀ ਗੱਲ ਵੀ ਇਹਦੇ ਵਿੱਚ ਹੀ ਆਉਂਦੀ ਹੈ। ਇਸ ਤੋਂ ਬਾਅਦ ਅਗਲਾ ਆ ਗਿਆ ਆਪਣੇ ਕੋਲ ਟੂ ਸਟਰਾਈਵ ਟੋਵਰਡ ਐਵੋਲਿਊਸ਼ਨ ਆਫ ਅਨਟੱਚੇਬਿਲਿਟੀ, ਛੂਤ ਛਾਤ, ਤਾਂ ਇਹ ਭਾਈ ਇਹਦੇ ਵਿੱਚ ਨਹੀਂ ਆਉਂਦੀ, ਇਹ ਆਰਟੀਕਲ 17 ਦੇ ਵਿੱਚ ਆਉਂਦੀ ਹੈ ਫੰਡਾਮੈਂਟਲ ਰਾਈਟ ਦੇ ਵਿੱਚ, ਤਾਂ ਇਹਦਾ ਆਨਸਰ ਆ ਜਾਊਗਾ C ਨੰਬਰ ਆਪਸ਼ਨ। ਠੀਕ ਹੈ, ਤਾਂ ਦੂਸਰਾ ਆਹ ਦੇਖੋ ਉਹੀ ਚੀਜ਼ਾਂ ਹੈਗੀਆਂ। ਭਾਰਤ ਹੇਠ ਲਿਖਿਆ ਵਿੱਚੋਂ ਕਿਹੜਾ ਭਾਰਤ ਵਿੱਚ ਨਾਗਰਿਕ ਦੀਆਂ ਬੁਨਿਆਦੀ ਜ਼ਿੰਮੇਵਾਰੀਆਂ ਨੂੰ ਆਪਾਂ ਕਹਿੰਦੇ ਫੰਡਾਮੈਂਟਲ ਰਾਈਟ ਦੇ ਅਧੀਨ ਨਹੀਂ ਆਉਂਦਾ, ਤਾਂ ਇਹ ਤੁਹਾਨੂੰ ਮੈਂ ਕਰਵਾਤਾ। ਠੀਕ ਹੈ, ਛੂਤ ਛਾਤ ਦੇ ਖਾਤਮੇ ਵਾਲਾ ਆਉਣਾ ਗਾ। ਇਸ ਤੋਂ ਬਾਅਦ ਅਗਲਾ ਆਰਥਿਕ ਅਤੇ ਸਮਾਜਿਕ ਯੋਜਨਾਬੰਦੀ ਹੇਠ ਲਿਖੇ ਵਿੱਚੋਂ ਕਿਸ ਦੇ ਅਧੀਨ ਆਉਂਦੀ ਹੈ? ਠੀਕ ਹੈ, ਗੱਲ ਯਾਦ ਰੱਖੋ, ਇੰਗਲਿਸ਼ 'ਚ ਦੇਖਦੇ ਆਪਾਂ। ਇਕੋਨੋਮਿਕ ਐਂਡ ਸੋਸ਼ਲ ਪਲੈਨਿੰਗ ਕਮ ਅੰਡਰ ਵਿਚ ਲਿਸਟ, ਸਟੇਟ ਲਿਸਟ 'ਚ ਕਿਹੜੇ ਮਸਲੇ ਹੁੰਦੇ ਆ ਜਿਹੜੇ ਸਿਰਫ ਸਟੇਟ ਹੱਲ ਕਰਦੀ ਹੈ? ਯੂਨੀਅਨ ਦੇ ਵਿੱਚ ਕਿਹੜੇ ਮਾਮਲੇ ਹੁੰਦੇ ਜਿਹੜੇ ਸਿਰਫ ਕੇਂਦਰ ਸਰਕਾਰ ਦੇ ਅੰਡਰ ਆਉਂਦੇ ਆ? ਕਨਕਰੈਂਟ ਲਿਸਟ ਜਿਹਦੇ ਵਿੱਚ ਸਟੇਟ ਪਲੱਸ ਸੈਂਟਰ ਦੋਨਾਂ ਦੇ ਫੈਸਲੇ ਆਉਂਦੇ ਆ, ਕਨਕਰੈਂਟ ਲਿਸਟ ਦੇ ਵਿੱਚ ਆਉਂਦੇ ਆ। ਤਾਂ ਇਹਨਾਂ ਨੇ ਪੁੱਛਿਆ ਕਿ ਇਕੋਨੋਮਿਕ ਕਿਹਦੇ 'ਚ ਆਊਗੀ, ਤਾਂ ਇਹ ਆਊਗੀ ਭਾਈ ਆਪਣੀ C ਨੰਬਰ ਆਪਸ਼ਨ, ਕਨਕਰੈਂਟ ਲਿਸਟ ਦੇ ਵਿੱਚ ਆਊਗੀ ਇਕੋਨੋਮਿਕ ਐਂਡ ਸੋਸ਼ਲ ਪਲੈਨਿੰਗ। ਠੀਕ ਹੈ, ਗੱਲ ਯਾਦ ਰੱਖਣੀ ਹੈ। ਆਹੀ ਪ੍ਰਸ਼ਨ ਦੁਬਾਰਾ ਫੇਰ ਰਿਪੀਟ ਹੋ ਗਿਆ। ਆਂਧਰਾ ਪ੍ਰਦੇਸ਼ ਵਿਧਾਨ ਪ੍ਰੀਸ਼ਦ ਨੂੰ 1985 ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀ। ਵਿਧਾਨ ਪ੍ਰੀਸ਼ਦ ਹੁੰਦੀ ਸੀ 1985 ਦੇ ਵਿੱਚ ਖਤਮ ਕਰਤੀ। ਇਸ ਨੂੰ ਕਿਸ ਸਾਲ ਦੁਬਾਰੇ ਫੇਰ ਬਣਾਤਾ? ਪਹਿਲਾਂ 1985 'ਚ ਖਤਮ ਕਰਤੀ ਸੀ ਆਂਧਰਾ ਪ੍ਰਦੇਸ਼ ਦੇ ਵਿੱਚ ਵਿਧਾਨ ਪ੍ਰੀਸ਼ਦ, ਅਤੇ ਬਾਅਦ ਵਿੱਚ ਇਹਨੂੰ ਕਿਸ ਸਾਲ ਦੁਬਾਰੇ ਬਣਾਤਾ ਸੀ? ਤਾਂ ਇਹ ਬਣਾਤਾ ਸੀ ਭਾਈ ਇਹਨੂੰ 2007 ਦੇ ਵਿੱਚ ਦੁਬਾਰੇ ਵਿਧਾਨ ਪ੍ਰੀਸ਼ਦ ਬਣਾਤਾ ਸੀ, ਤਾਂ D ਨੰਬਰ ਆਨਸਰ ਆ ਜਾਊਗਾ ਇਹਦਾ। ਆਈ ਪ੍ਰਸ਼ਨ ਇੰਗਲਿਸ਼ 'ਚ ਪਿਆ ਦੇਖੋ। ਤਾਂ ਦਾ ਆਂਧਰਾ ਪ੍ਰਦੇਸ਼ ਲੈਜਿਸਲੇਟਿਵ ਕਾਉਂਸਲ ਵਾਜ ਐਬਲੋਸ਼ਡ, ਠੀਕ ਹੈ, ਇਹਦਾ ਮਤਲਬ ਖਤਮ ਕਰਤੀ ਸੀ ਇਨ 1985 ਵਿੱਚ, ਈਅਰ ਵਾਜ ਰਿਵਿਊਡ ਬੈਕ, ਕਿਹਨੂੰ ਦੁਬਾਰੇ ਬਣਾਈ ਗਈ? D ਨੰਬਰ ਆਪਸ਼ਨ ਹੀ ਆ ਜਾਊਗਾ ਇਹਦਾ ਆਨਸਰ ਵੀ। ਹੇਠ ਲਿਖੇ ਰਾਸ਼ਟਰਪਤੀਆਂ ਵਿੱਚੋਂ ਕਿਸ ਨੇ ਆਪਣੇ ਜੀਵਨ ਕਾਲ ਦੇ ਵਿੱਚ ਇੱਕ ਵਾਰ ਯੂਨੈਸਕੋ ਦੇ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਹੈ? ਠੀਕ ਹੈ, ਆਪਾਂ ਹੁਣ ਇੰਗਲਿਸ਼ 'ਚ ਦੇਖਦੇ ਹਾਂ। ਇਹ ਤਾਂ ਜਿਹੜੀ ਨੁਮਾਇੰਦਗੀ ਕੀਤੀ ਹੈ ਭਾਈ ਇਹ ਕੀਤੀ ਹੈ ਡਾਕਟਰ S ਰਾਧਾ ਕ੍ਰਿਸ਼ਨ ਨੇ, ਸਰਵਪੱਲੀ ਰਾਧਾ ਕ੍ਰਿਸ਼ਨ ਨੇ 1947 ਦੇ ਵਿੱਚ ਕੀਤੀ ਸੀ। ਠੀਕ ਹੈ, ਗੱਲ ਯਾਦ ਰੱਖਣੀ ਹੈ। ਤਾਂ ਜੇ ਇਹ ਪ੍ਰਸ਼ਨ ਇੰਗਲਿਸ਼ 'ਚ ਪੁੱਛਿਆ ਜਾਵੇ ਇਸ ਤਰ੍ਹਾਂ ਪੁੱਛਿਆ ਜਾਊਗਾ, ਵਿੱਚ ਅਮੰਗ ਦਾ ਫੋਲੋਇੰਗ ਪ੍ਰੈਜ਼ੀਡੈਂਟ, ਕਿਹੜਾ ਪ੍ਰੈਜ਼ੀਡੈਂਟ ਹੈ ਜਿਹਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਇੰਡੀਆ ਵੱਲੋਂ ਯੂਨੈਸਕੋ ਦੇ ਵਿੱਚ ਪਹਿਲੀ ਵਾਰ? ਠੀਕ ਹੈ, ਤਾਂ ਇਹ ਹੈਗਾ ਸੀ ਆਪਣਾ ਡਾਕਟਰ S ਰਾਧਾ ਕ੍ਰਿਸ਼ਨ, C ਨੰਬਰ ਆਪਸ਼ਨ। ਇਸ ਤੋਂ ਬਾਅਦ ਅਗਲਾ ਹੇਠ ਲਿਖਿਆ ਵਿੱਚੋਂ ਕਿਹੜਾ ਲੋਕ ਲੇਖਾ ਕਮੇਟੀ ਦਾ ਸਹੀ ਕੰਮ ਹੈ? ਲੋਕ ਲੇਖਾ ਕਮੇਟੀ, ਪਹਿਲਾਂ ਇਹ ਦੇਖੀਏ ਲੋਕ ਲੇਖਾ ਕਮੇਟੀ ਕਹਿੰਦੇ ਕਿਹਨੂੰ ਹੈ? ਆ ਗਿਆ ਵਿੱਚ ਅਮੰਗ ਫੋਲੋਇੰਗ ਇਜ਼ ਕਰੈਕਟ ਫੰਕਸ਼ਨ ਆਫ ਪਬਲਿਕ ਅਕਾਊਂਟ ਕਮੇਟੀ, ਇਹਨੂੰ PAC ਵੀ ਕਹਿ ਦਿੰਦੇ ਆ। PAC ਦੀ ਫੁੱਲ ਫਾਰਮ ਪੁੱਛਿਆ ਤਾਂ ਉਹੀ ਪ੍ਰਸ਼ਨ ਦੁਬਾਰੇ ਆਇਆ ਵਾ। ਪਬਲਿਕ ਅਕਾਊਂਟ ਕਮੇਟੀ ਹੈ ਭਾਈ ਜਿਹੜਾ, ਇਹਦਾ ਮੇਨ ਕੰਮ ਕੀ ਹੈਗਾ ਦੱਸੋ? ਕਹਿੰਦੇ ਇਹ ਕੀ ਕਰਦਾ? ਕਹਿੰਦੇ ਇਟ ਵਰਕ ਅੰਡਰ ਪ੍ਰੈਜ਼ੀਡੈਂਟ ਆਫ ਇੰਡੀਆ, ਜਿਹੜਾ ਪ੍ਰੈਜ਼ੀਡੈਂਟ ਹੁੰਦਾ ਆਪਣਾ ਉਹਦੇ ਅੰਡਰ ਕੰਮ ਕਰਦੀ ਹੈ, ਐਂਡ ਕ੍ਰੀਏਟ ਨਵੇਂ ਅਕਾਊਂਟ ਬਣਾਉਂਦੀ ਹੈ ਮਿਨਿਸਟਰੀਆਂ ਦੇ। ਇਸ ਤੋਂ ਬਾਅਦ ਇਟ ਵਰਕ ਅੰਡਰ ਕੰਟਰੋਲਰ ਐਂਡ ਐਡੀਟਰ ਜਨਰਲ ਇੰਡੀਆ ਪ੍ਰੀਪੇਅਰ ਅਕਾਊਂਟ, ਕਹਿੰਦੇ ਇਹ ਕੈਗ ਦੇ ਅੰਡਰ ਕੰਮ ਕਰਦੀ ਹੈ ਅਤੇ ਨਵੇਂ ਅਕਾਊਂਟ ਪ੍ਰੀਪੇਅਰ ਕਰਦੀ ਹੈ। ਇਟ ਇਜ਼ ਪਾਰਲੀਮੈਂਟਰੀ ਕਮੇਟੀ ਟੂ ਗਿਵ ਰਿਪੋਰਟ, ਕਹਿੰਦੇ ਇੱਕ ਪਾਰਲੀਮੈਂਟ ਕਮੇਟੀ ਜਿਹੜੀ ਰਿਪੋਰਟ ਪੇਸ਼ ਕਰਦੀ ਹੈ ਔਨ ਨੋਨ ਪਲਾਨ ਐਕਸਪੈਂਚਰ ਆਫ ਦਾ ਗੌਰਮੈਂਟ। ਇਸ ਤੋਂ ਬਾਅਦ ਇਹਦਾ ਆਨਸਰ ਹੈਗਾ ਵੀ D ਨੰਬਰ ਆਪਸ਼ਨ। ਇਟ ਇਜ਼ ਪਾਰਲੀਮੈਂਟਰੀ ਕਮੇਟੀ ਹੈ ਇਹ ਇੱਕ, ਵਿੱਚ
ਸਕੂਟਨਾਈਜ਼ ਟੂ ਰਿਪੋਰਟ ਆਫ ਦਾ ਕੰਟਰੋਲ ਐਡੀਟਰ ਆਫ ਜਰਨਲ। ਇਹ ਇੱਕ ਕਮੇਟੀ ਹੈ ਕਹਿੰਦੇ ਜਿਹਦੀ ਆਦੀ ਰਿਪੋਰਟ ਆਪਣੀ ਸਾਰੀ ਕਿਹਨੂੰ ਦਿੰਦੀ ਹੈ, ਕੈਗ ਨੂੰ ਦਿੰਦੀ ਹੈ। ਤਾਂ ਪੰਜਾਬੀ 'ਚ ਵੀ ਆਪਾਂ ਇੱਕ ਵਾਰ ਦੇਖ ਲੈਂਦੇ ਹਾਂ। ਤਾਂ ਪਿਆ ਇਹ ਇੱਕ ਸੰਸਦੀ ਕਮੇਟੀ ਹੈ ਜੋ ਭਾਰਤ ਦੇ ਕੰਟੀਲਰ ਔਰ ਐਡੀਟਰ ਜਰਨਲ ਦੀ ਰਿਪੋਰਟ ਦੀ ਪੜਤਾਲ ਕਰਦੀ ਹੈ। ਵੈਰੀ ਵੈਰੀ ਇੰਪੋਰਟੈਂਟ ਹੈ, ਠੀਕ ਹੈ। PAC ਦਾ ਕੀ ਕੰਮ ਹੁੰਦਾ? PAC ਦਾ ਕੰਮ ਇਹ ਹੁੰਦਾ ਗਾ ਕਿ ਜਿਹੜੀ ਰਿਪੋਰਟ ਕੈਗ ਨੇ ਬਣਾਈ ਹੈ, ਠੀਕ ਹੈ, ਉਹ ਰਿਪੋਰਟ ਦੀ ਜਿਹੜੀ ਸਾਰੀ ਪੜਤਾਲ ਕਰਨੀ ਉਹ ਕਿਹਨੇ ਕਰਨੀ ਹੈ? ਪਬਲਿਕ ਅਕਾਊਂਟ ਕਮੇਟੀ ਨੇ ਕਰਨੀ ਹੈ। ਇਹ ਗੱਲ ਯਾਦ ਰੱਖੋ ਪੁੱਤਰੋ, ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਹੈ ਇਹ। ਅਤੇ ਜੇ ਇਹ ਤੁਸੀਂ ਕਰ ਲਏ ਤਾਂ ਤੁਸੀਂ ਸਮਝ ਲਓ ਕਿ ਜਿਵੇਂ ਤੁਹਾਨੂੰ ਪਿਛਲੀ ਵਾਰ ਮੈਂ ਕਰਵਾ ਕੇ ਤੋਰਿਆ ਸੀ ਪੇਪਰ ਦੇ ਵਿੱਚ, ਠੀਕ ਹੈ, ਕਿਤੇ ਤੁਹਾਡੇ ਉਹ ਵੀ ਨਹੀਂ ਰਹਿਣੇ, ਠੀਕ ਹੈ ਨਾ, ਲੈਵਲ ਥੋੜ੍ਹਾ ਹਾਈ ਹੋ ਜਾਊਗਾ। ਹੇਠ ਲਿਖਿਆ ਵਿੱਚੋਂ ਕਿਹੜੇ ਹੇਠ ਸਾਧਨ ਨੂੰ ਗਾਇਲ ਯੋਗ ਸੌਗਦੂ ਕਿਹਾ ਜਾਂਦਾ ਹੈਗਾ? ਕਿਹਦੇ ਸੱਜਵੇਂ ਆਪਣੇ ਸਾਧਨ ਨੂੰ ਆਪਣੇ ਦੇਖ ਜਿਹੜੀਆਂ ਬਣਾਏ ਆਪਣੇ ਜਿੱਥੇ ਸਾਰੇ ਮੰਤਰੀ ਬਹਿੰਦੇ ਜਾ ਕੇ ਆਪਾਂ ਸੰਸਦ ਕਹਿੰਦੇ ਹਾਂ। ਸੰਸਦ ਕਹਿੰਦੇ ਕਹਿੰਦੇ ਇੱਥੇ ਦੇ ਵਿੱਚ ਜਿਹੜੇ ਗਾਇਲ ਯੋਗ ਆ ਸੌਗਦੂ, ਇਹ ਕਿਹਦੇ ਦੇਸ਼ ਦੀ ਸੰਸਦ ਦਾ ਨਾਮ ਹੈ? ਤਾਂ ਇਹ ਹੈਗਾ ਭੂਟਾਨ ਦੀ ਸੰਸਦ ਦਾ ਨਾਮ ਹੈ, ਠੀਕ ਹੈ। ਗੱਲ ਯਾਦ ਰੱਖਿਓ, ਆਹ ਲਿਖਿਆ ਹੋਇਆ ਗਾਇਲੋਗ ਗਾਇਲੇ ਯੋਂਗ ਤਸੋਹ ਜੜੂ, ਇਹ ਭੂਟਾਨ ਦੀ ਬਈ ਇਹ ਸੰਸਦ ਉਹਦਾ ਨਾਮ ਹੈਗਾ। ਇਹ ਗੱਲ ਯਾਦ ਰੱਖਣੀ ਕਿਉਂਕਿ ਆਪਣਾ ਗਵਾਂਢੀ ਦੇਸ਼ ਆ ਭੂਟਾਨ, ਤਾਂ ਕਰਕੇ ਪਿੱਛੇ ਯਾਦ ਰੱਖਣਾ। ਵਿੱਚ ਹੂ ਅਮੰਗ ਦਾ ਫੋਲੋਇੰਗ ਨੋਮੀਨੇਟ ਆਫ ਦਾ ਚੇਅਰਮੈਨ ਆਫ ਪਬਲਿਕ ਅਕਾਊਂਟ ਕਮੇਟੀ ਆਫ ਇੰਡੀਆ। ਜਿਹੜੇ ਪਬਲਿਕ ਅਕਾਊਂਟ PAC ਦੀ ਜਿਹੜੀ ਆਪਣੀ ਮੁਲਾਜ਼ਮ ਰੱਖੇ ਜਾਂਦੇ ਆ, ਠੀਕ ਹੈ, ਤਾਂ ਜਿਹੜਾ ਇਹਦਾ ਚੇਅਰਮੈਨ ਅਕਾਊਂਟ ਕੀਤਾ ਜਾਂਦਾ ਗਾ, ਅਪਾਊਂਟ ਕੀਤਾ ਜਾਂਦਾ, ਉਹਨੂੰ ਕੌਣ ਅਪਾਊਂਟ ਕਰਦਾ ਗਾ? ਤਾਂ ਉਹਨੂੰ ਅਪਾਊਂਟ ਕਰਦਾ ਬਈ ਸਪੀਕਰ ਆਫ ਲੋਕ ਸਭਾ। ਸਪੀਕਰ ਆਫ ਲੋਕ ਸਭਾ ਜਿਹੜੇ PAC ਦੇ ਮੈਂਬਰ ਹੁੰਦੇ ਉਹਨਾਂ ਨੂੰ ਉਹ ਕਰਦਾ ਕਿ ਭਾਈ ਤੁਸੀਂ ਜਿਹੜੀ ਕੈਗ ਦੀ ਰਿਪੋਰਟ ਆ ਉਹਦੀ ਸਾਰੀ ਚੰਗੀ ਤਰ੍ਹਾਂ ਛਾਣਬੀਨ ਕਰਨੀ ਹੈ, ਕਿਤੇ ਕੋਈ ਇਹਦੇ 'ਚ ਕੋਈ ਘਪਲਾ ਤਾਂ ਨਹੀਂ ਹੋਇਆ ਵਾ, ਠੀਕ ਹੈ ਜੀ। ਇਸ ਤੋਂ ਬਾਅਦ ਆਪਣਾ ਅਗਲਾ, ਹੇਠ ਲਿਖੇ ਵਿੱਚੋਂ ਕੌਣ ਭਾਰਤ ਦੀ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਹੁੰਦਾ ਹੈ? ਇੰਗਲਿਸ਼ 'ਚ ਦੇਖ ਰਿਹਾ ਲੋਕ ਲੇਖਾ ਕਮੇਟੀ ਕਿਹਨੂੰ ਕਹਿੰਦੇ ਆ? PAC ਨੂੰ ਕਹਿ ਦਿੰਦੇ ਆ, ਠੀਕ ਹੈ। ਲੋਕ ਲੇਖਾ ਕਮੇਟੀ PAC ਦਾ ਚੇਅਰਮੈਨ ਹੁੰਦਾ। ਉਹਨੂੰ ਕੌਣ ਭਾਰਤ ਦੀ ਲੋਕ ਕਮੇਟੀ ਦਾ ਚੇਅਰਮੈਨ ਕੌਣ ਨਾਮਜ਼ਦ ਕਰਦਾ ਗਾ? ਤਾਂ ਇਹ ਹੁਣੀ ਕਰਕੇ ਗਿਆ ਆਪਾਂ ਸਪੀਕਰ ਕਰਦਾ ਬਈ, ਦੁਬਾਰਾ ਆਪਰੇਸ਼ਨ ਰਿਪੀਟ ਹੋਇਆ ਵਾ। ਇਸ ਤੋਂ ਬਾਅਦ ਅਗਲਾ ਆਪਰੇਸ਼ਨ ਕਹਿੰਦੇ ਡਾਕਟਰ BR ਅੰਬੇਦਕਰ ਵਾਜ ਇਲੈਕਟਡ ਟੂ ਕੌਂਸਟੀਟਿਊਸ਼ਨ ਅਸੈਂਬਲੀ ਆਫ ਅਨਡਿਵਾਈਡਡ ਇੰਡੀਆ ਵਿੱਚ ਅਮੰਗ ਦਾ ਫੋਲੋਇੰਗ। ਕਹਿੰਦੇ ਜਿਹੜਾ ਡਾਕਟਰ BR ਅੰਬੇਦਕਰ ਹੈ, ਇਹਨੂੰ ਜਦੋਂ ਇੰਡੀਆ ਆਪਣਾ ਵੰਡਿਆ ਨਹੀਂ ਗਿਆ ਸੀ, ਆਪਣੀ ਇੰਡੀਆ ਦੀ ਵੰਡ ਨਹੀਂ ਹੋਈ ਸੀ, ਤਾਂ ਉਦੋਂ ਨੂੰ ਸੰਵਿਧਾਨ ਸਭਾ ਅਸੈਂਬਲੀ ਦਾ ਕੀ ਕਰਤਾ ਸੀ? ਇਲੈਕਟਡ ਕੀਤਾ ਗਿਆ ਸੀ ਸੰਵਿਧਾਨ ਸਭਾ ਅਸੈਂਬਲੀ ਵਾਸਤੇ। ਤਾਂ ਇਹਨੂੰ ਕਿੱਥੇ ਇਲੈਕਟ ਕੀਤਾ ਗਿਆ ਸੀ? ਤਾਂ ਇਹਨੂੰ ਕੀਤਾ ਗਿਆ ਸੀ ਵੈਸਟ ਬੰਗਾਲ ਦੇ ਵਿੱਚ ਇਲੈਕਟਡ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਇਸ ਤੋਂ ਬਾਅਦ ਅਗਲਾ ਫਰੋਮ ਵਿੱਚ ਕੌਂਸਟੀਟਿਊਸ਼ਨ ਕਹਿੰਦੇ ਕਿਹੜਾ ਕੌਂਸਟੀਟਿਊਸ਼ਨ ਹੈ? ਇੰਡੀਆ ਹੈਜ਼ ਬੋਰੋ ਦਾ ਪ੍ਰੋਵੀਜ਼ਨ ਆਫ ਰਿਲੇਟਡ ਟੂ ਅਮੈਂਡਮੈਂਟ ਕੌਂਸਟੀਟਿਊਸ਼ਨ। ਕਹਿੰਦੇ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਜਿਹੜਾ ਆਪਾਂ ਅਮੈਂਡਮੈਂਟ ਕਰ ਸਕਦੇ ਹਾਂ, ਸੋਧ ਕਰ ਸਕਦੇ ਹਾਂ ਆਰਟੀਕਲ ਆਪਣੇ ਆਪਣੇ ਜਿਹੜੇ ਕਾਨੂੰਨ ਆ ਉਹਨਾਂ ਦੇ ਵਿੱਚ। ਤਾਂ ਕਹਿੰਦੇ ਜਿਹੜਾ ਅਮੈਂਡਮੈਂਟ ਦਾ ਇਹ ਸਾਰਾ ਸਿਸਟਮ ਸੀ ਕਿਹੜੀ ਸਟੇਟ ਤੋਂ ਲੈਤਾ ਆਪਾਂ? ਇਹ ਲੈਤਾ ਭਾਈ ਕਹਿੰਦੇ ਆਪਾਂ ਸਾਊਥ ਅਫਰੀਕਾ ਤੋਂ, ਠੀਕ ਹੈ। ਗੱਲ ਯਾਦ ਰੱਖਿਆ, ਸਾਊਥ ਅਫਰੀਕਾ ਤੋਂ ਲੈਤਾ ਇਹ ਆਪਾਂ ਕੋਈ ਵੀ ਸੰਸ਼ੋਧਨ ਕਰ ਸਕਦੇ ਹਾਂ ਆਪਣੇ। ਇਸ ਤੋਂ ਬਾਅਦ ਅਗਲਾ ਅੰਡਰ ਦਾ ਵਿੱਚ ਅਮੰਗ ਦਾ ਫੋਲੋਇੰਗ ਆਰਟੀਕਲ ਪ੍ਰੈਜ਼ੀਡੈਂਟ ਹੈਜ਼ ਪਾਰਡਨ। ਕਹਿੰਦੇ ਪਾਰਡਨ ਦਾ ਮਤਲਬ ਹੁੰਦਾ ਕਿ ਪ੍ਰੈਜ਼ੀਡੈਂਟ ਕੋਲੇ ਫਾਂਸੀ ਸਜ਼ਾ ਵੀ ਮਾफ़ ਕਰ ਸਕਦਾ। ਕਿਸੇ ਦੀ ਸਜ਼ਾ 2 ਸਾਲ ਦੀ ਉਹਨੂੰ 10 ਸਾਲ ਦੀ ਵੀ ਕਰ ਸਕਦਾ, ਕਿਸੇ 20 ਸਾਲ ਦੀ ਸਜ਼ਾ ਨੂੰ 1 ਸਾਲ 'ਚ ਵੀ ਕਰ ਸਕਦਾ। ਤਾਂ ਜਿਹੜੀ ਮਾਫ਼ੀ ਵਾਲੀ ਸ਼ਕਤੀ ਹੈ ਇਹ ਜਿਹੜੀ ਰਾਸ਼ਟਰਪਤੀ ਕੋਲ ਹੁੰਦੀ, ਕਿਹੜੇ ਆਰਟੀਕਲ ਦੇ ਵਿੱਚ ਹੁੰਦੀ ਹੈ? ਇਹ ਆਉਂਦੀ ਹੈ ਆਰਟੀਕਲ 72 ਦੇ ਵਿੱਚ। ਇਸ ਤੋਂ ਬਾਅਦ ਅਗਲਾ ਈਸਟ ਇੰਡੀਆ ਕੰਪਨੀ ਦੇ ਵਪਾਰਕ ਅਤੇ ਰਾਜਨੀਤਿਕ ਕਾਰਜਾਂ ਵਿੱਚ ਕਿਹੜਾ ਕਾਰਜ ਸਪਸ਼ਟ ਤੌਰ 'ਤੇ ਵੱਖਰਾ ਹੈ? ਦੇਖੋ ਇਹ ਆਪਾਂ ਪੜ੍ਹਦੇ ਹਾਂ ਅੱਗੇ ਜਾ ਕੇ ਇੰਗਲਿਸ਼ ਦੇ ਵਿੱਚ ਐਕਟ ਕਲੀਅਰਲੀ, ਠੀਕ ਹੈ, ਡਿਸਕਨੈਕਟਡ ਬਿਟਵੀਨ ਦਾ ਕਮਰਸ਼ੀਅਲ ਐਂਡ ਪੋਲੀਟੀਕਲ ਫੰਕਸ਼ਨ ਆਫ ਦਾ ਈਸਟ ਇੰਡੀਆ ਕੰਪਨੀ। ਜਿਹੜਾ ਈਸਟ ਇੰਡੀਆ ਕੰਪਨੀ ਦਾ ਕਮਰਸ਼ੀਅਲ ਅਤੇ ਪੋਲੀਟੀਕਲ ਫੰਕਸ਼ਨ ਸੀ, ਠੀਕ ਹੈ, ਉਹ ਕਿਹੜੇ ਐਕਟ ਦੇ ਅਧੀਨ ਲਿਆਂਦੇ ਸੀ ਇਹਨਾਂ ਨੇ? ਤਾਂ ਇਹ ਲਿਆਂਦੇ ਸੀ ਬਈ ਪਿਟਸ ਐਕਟ 1784 ਦੇ ਅੰਡਰ। ਇਹ ਗੱਲ ਯਾਦ ਰੱਖਣੀ ਹੈ। ਕਿਸ ਐਕਟ ਨੇ ਸੂਬਿਆਂ ਦੇ ਵਿੱਚ ਰਾਜਸ਼ਾਹੀ ਨੂੰ ਖਤਮ ਕਰ ਦਿੱਤਾ ਅਤੇ ਇਸ ਦੇ ਸਥਾਨ 'ਤੇ ਖੁਦ ਮੁਖਤਿਆਰੀ ਦੀ ਸ਼ੁਰੂਆਤ ਕੀਤੀ? ਠੀਕ ਹੈ, ਰਾਜਾਸ਼ਾਹੀ ਨੂੰ ਤਾਂ ਖਤਮ ਕਰਤਾ ਅਤੇ ਖੁਦ ਮੁਖਤਿਆਰੀ ਦੀ ਸ਼ੁਰੂਆਤ ਕੀਤੀ। ਤਾਂ ਇਹ ਕਿਹੜੇ ਐਕਟ ਦੇ ਅਧੀਨ ਕੀਤੀ ਸੀ? ਇਹ ਕੀਤੀ ਸੀ ਭਾਈ ਭਾਰਤੀ ਇੰਡੀਆ ਐਕਟ 1935 ਦੇ ਅੰਡਰ, ਠੀਕ ਹੈ। ਇਹ ਗੱਲ ਯਾਦ ਰੱਖਣੀ। ਆ ਦੇਖੋ ਲਿਖਿਆ ਹੋਇਆ ਇੰਗਲਿਸ਼ ਦੇ ਵਿੱਚ ਐਕਟ ਅਬਿਲੋਸ਼, ਠੀਕ ਹੈ, ਡਾਇਰੇਸੀ ਇਨ ਦਾ ਪ੍ਰੋਵੀਜ਼ਨਸ ਐਂਡ ਇੰਟਰੋਡਿਊਸ ਪ੍ਰੋਵੀਜ਼ਨਲ
ਆਟੋਨੋਮੀ ਇਟਸ ਪਲੇਸ ਤਾਂ ਗੌਰਮੈਂਟ ਇੰਡੀਆ ਐਕਟ ਯਾਦ ਕਰ ਲਿਓ, ਠੀਕ ਹੈ। ਜਿੱਥੇ ਵੀ ਕਿਤੇ ਲਿਖਿਆ ਆ ਗਿਆ ਕਿ ਐਬਲੋਸ਼ ਕੀਤਾ ਗਿਆ ਸੀ ਡਾਇਰੈਸੀ ਨੂੰ, ਇਹਨੇ ਇੰਟਰੋਡਿਊਸ ਕਰਵਾਇਆ ਸੀ ਪ੍ਰੋਮਨੀਸ਼ਨ ਨਾਲ, ਆਟੋਨੋਮੀ ਨਾਲ, ਤਾਂ ਇਹ ਕਿਦੋਂ ਕਰਵਾਇਆ ਗਿਆ ਸੀ? ਐਕਟ ਇੰਡੀਆ 1935। ਔਖੇ ਜ਼ਰੂਰ ਲੱਗਣਗੇ ਪਰ ਇੱਕ ਤਰ੍ਹਾਂ ਦਾ ਰੱਟਾ ਲਾ ਲਓ ਬਸ ਇਹਨਾਂ 'ਤੇ, ਸਿੱਧੀ ਗੱਲ ਆਪਣੀ ਤਾਂ। ਪਟੀਸ਼ਨ ਦੁਬਾਰਾ ਰਿਪੀਟ ਹੋ ਗਿਆ। ਹੂ ਵਾਜ਼ ਦਾ ਫਸਟ ਗਵਰਨਰ ਜਨਰਲ ਆਫ ਬੰਗਾਲ? ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਗਵਰਨਰ ਜਨਰਲ ਬੰਗਾਲ ਹੈਗਾ ਸੀ ਵਿਲੀਅਮ ਹੈਸਟਿੰਗ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਸੰਵਿਧਾਨ ਸਭਾ ਦੇ ਵਿੱਚ 13 ਦਸੰਬਰ 1946 ਨੂੰ ਇਤਿਹਾਸਕ ਆਦੇਸ਼ਾਂ ਦਾ ਮਤਾ ਕਿਸ ਨੇ ਪੇਸ਼ ਕੀਤਾ? ਆਦੇਸ਼ਾਂ ਦਾ ਮਤਾ ਕਿਸ ਨੇ ਪੇਸ਼ ਕੀਤਾ? ਤਾਂ ਇਹ ਕੀਤਾ ਸੀ ਭਾਈ ਆਪਣੇ ਜਵਾਹਰ ਲਾਲ ਨਹਿਰੂ ਨੇ। ਆਦੇਸ਼ਾਂ ਦੇ ਮਤੇ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ? ਉਹ ਧਿਆਨ ਨਾਲ ਸੁਣ ਲਓ, ਰੈਜੂਲੇਸ਼ਨ ਐਕਟ, ਓਬਜੈਕਟਿਵ ਰੈਜੂਲੇਸ਼ਨ। 13 ਦਸੰਬਰ 1946 ਨੂੰ ਸੰਵਿਧਾਨ ਸਭਾ ਦੇ ਵਿੱਚ ਕਿਸ ਨੇ ਪੇਸ਼ ਕੀਤਾ ਸੀ? ਜਵਾਹਰ ਲਾਲ ਨਹਿਰੂ ਨੇ ਕੀਤਾ ਸੀ। ਗੱਲ ਯਾਦ ਰੱਖਣੀ ਹੈ। ਇਹ ਤੋਂ ਵੀ ਪ੍ਰਸ਼ਨ ਬਣ ਸਕਦੇ ਕਦੋਂ ਕੀਤਾ ਗਿਆ ਸੀ ਜਾਂ ਕਿਹੜਾ ਕੀਤਾ ਸੀ, ਇਹ ਵੀ ਆ ਸਕਦਾ ਹੈਗਾ। ਜਿਹੜੇ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਸੰਵਿਧਾਨ ਸਭਾ ਦੇ ਕਿੰਨੇ ਸੈਸ਼ਨ ਬੁਲਾਏ ਗਏ ਸਨ? ਜੋ ਸੰਵਿਧਾਨ ਨੂੰ ਤਿਆਰ ਕੀਤਾ ਜਾ ਰਿਹਾ ਸੀ ਇਹਦੇ 'ਚ ਸੈਸ਼ਨ ਬੁਲਾਏ ਗਏ ਸੀ ਵੱਖ-ਵੱਖ, ਤਾਂ ਇਹ ਕਿੰਨੇ ਸੈਸ਼ਨ ਬੁਲਾਏ ਗਏ ਸੀ ਕਹਿੰਦੇ? ਦੱਸੋ ਜੀ ਕਿੰਨੇ ਸੈਸ਼ਨ ਬੁਲਾਏ ਗਏ ਸੀ? ਤਾਂ ਇਹ ਬੁਲਾਏ ਗਏ ਸੀ ਬੀ ਨੰਬਰ ਆਪਸ਼ਨ, 11 ਸੈਸ਼ਨ ਬੁਲਾਏ ਗਏ ਸੀ। ਇੰਗਲਿਸ਼ 'ਚ ਆ ਗਿਆ ਪ੍ਰਸ਼ਨ, ਹਾਊ ਮੈਨੀ ਸੈਸ਼ਨ ਡੈਡ ਕੌਂਸਟੀਟਿਊਸ਼ਨ ਅਸੈਂਬਲੀ ਟੇਕ ਏ ਡਰਾਫਟ ਆਫ ਦਾ ਕੌਂਸਟੀਟਿਊਸ਼ਨ ਆਫ ਇੰਡੀਆ? ਜੋ ਕੌਂਸਟੀਟਿਊਸ਼ਨ ਬਣਾਇਆ ਜਾ ਰਿਹਾ ਸੀ, ਡਰਾਫਟ ਕੀਤਾ ਜਾ ਰਿਹਾ ਸੀ, ਤਾਂ ਉਦੋਂ ਕਿੰਨੇ ਸੈਸ਼ਨ ਬੁਲਾਏ ਗਏ ਸੀ ਕੌਂਸਟੀਟਿਊਸ਼ਨ ਦੇ? 11 ਸੈਸ਼ਨ ਬੁਲਾਏ ਗਏ ਸੀ ਭਾਈ। ਹਾਊ ਮੈਨੀ ਫੰਡਾਮੈਂਟਲ ਰਾਈਟ ਡੈਡ ਦਾ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਆਪਣੇ ਕਿੰਨੇ ਫੰਡਾਮੈਂਟਲ ਰਾਈਟ ਹੈਗੇ? ਆਪਣੇ ਹੈਗੇ 6 ਫੰਡਾਮੈਂਟਲ ਰਾਈਟ। ਰਾਈਟ ਆਫ ਪ੍ਰੋਪਰਟੀ ਕੱਢਤਾ ਆਪਣੇ ਆਰਟੀਕਲ ਦੇ ਵਿੱਚੋਂ, ਠੀਕ ਹੈ। ਇਹ ਗਲਤ ਲਿਖਿਆ ਹੋਇਆ ਇਹਨਾਂ ਨੇ। ਆਪਣੇ ਫੰਡਾਮੈਂਟਲ ਰਾਈਟ ਭਾਈ 6 ਹੈਗੇ, ਇਹ ਗੱਲ ਯਾਦ ਰੱਖਣੀ ਹੈ। ਇੱਕ ਹੁੰਦਾ ਸੀ ਰਾਈਟ ਆਫ ਪ੍ਰੋਪਰਟੀ, ਉਹਨੂੰ ਕੱਢਤਾ, ਉਹਨੂੰ ਇੱਕ ਲੀਗਲ ਰਾਈਟ ਬਣਾਤਾ। ਹੁਣ ਉਹ 300 ਦੇ ਵਿੱਚ ਆਉਂਦਾ, 300A ਦੇ ਵਿੱਚ ਆਉਂਦਾ। ਹੇਠ ਲਿਖਿਆ ਵਿੱਚੋਂ ਕਿਹੜਾ ਭਾਰਤੀ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਦੇ ਅਧੀਨ ਨਹੀਂ ਆਉਂਦਾ? ਠੀਕ ਹੈ, ਮੌਲਿਕ ਅਧਿਕਾਰ ਕਿਹੜੇ? ਜਿਹੜੇ ਫੰਡਾਮੈਂਟਲ ਰਾਈਟ ਹੁੰਦੇ ਉਹਦੇ ਅਧੀਨ ਇਹਨਾਂ 'ਚੋਂ ਕਿਹੜਾ ਨਹੀਂ ਆਉਂਦਾ? ਦੇਖੋ ਇਹਦੇ ਵਿੱਚ ਜਿਹੜਾ ਫੋਲੋਇੰਗ ਡਜ਼ ਨਾਟ ਕਮ ਅੰਡਰ ਫੰਡਾਮੈਂਟਲ ਰਾਈਟ ਆਫ ਦਾ ਕੌਂਸਟੀਟਿਊਸ਼ਨ ਆਫ ਇੰਡੀਆ, ਆ ਵੀ ਆਉਂਦਾ ਗਾ, ਆ ਵੀ ਆਉਂਦਾ ਗਾ, ਇਕੁਅਲਿਟੀ ਵਾਲਾ ਵੀ ਆਉਂਦਾ, ਆ ਪੇ ਵਾਲਾ ਨਹੀਂ ਆਉਂਦਾ ਭਾਈ, ਠੀਕ ਹੈ। ਇਹ ਨਹੀਂ ਇਹਦੇ ਵਿੱਚ ਆਉਂਦਾ, ਤਾਂ ਆਨਸਰ ਨੰਬਰ C ਬਣ ਜੂ ਇਹਦਾ। ਇਸ ਤੋਂ ਬਾਅਦ ਇਹੀ ਆ ਗਿਆ, ਦੁਬਾਰਾ ਰਿਪੀਟ ਹੋ ਗਏ। ਹੂ ਇਜ਼ ਦਾ ਹੈਡ ਆਫ ਦਾ ਗਵਰਨਮੈਂਟ ਅਕੋਰਡਿੰਗ ਟੂ ਦਾ ਕੌਂਸਟੀਟਿਊਸ਼ਨ ਆਫ ਇੰਡੀਆ? ਆਪਣੇ ਸੰਵਿਧਾਨ ਦੇ ਅਨੁਸਾਰ ਜਿਹੜੀ ਗਵਰਨਮੈਂਟ ਹੁੰਦੀ ਹੈ ਆਪਣੀ, ਉਹਦਾ ਹੈੱਡ ਕੌਣ ਹੁੰਦਾ ਸੰਵਿਧਾਨ ਦੇ ਅਨੁਸਾਰ? ਤਾਂ ਉਹ ਹੁੰਦਾ ਵੀ ਪ੍ਰਾਈਮ ਮਿਨਿਸਟਰ। ਇਹ ਗੱਲ ਯਾਦ ਰੱਖਣੀ ਹੈ। ਹੈੱਡ ਆਫ ਗਵਰਨਮੈਂਟ ਕੌਣ ਹੁੰਦਾ ਆਪਣਾ? ਪ੍ਰਾਈਮ ਮਿਨਿਸਟਰ। ਉਪ ਰਾਸ਼ਟਰਪਤੀ ਕਿੰਨੀ ਦੇਰ ਤੱਕ ਰਾਸ਼ਟਰਪਤੀ ਦੇ ਤੌਰ 'ਤੇ ਕੰਮ ਕਰ ਸਕਦਾ ਹੈ? ਜਦੋਂ ਰਾਸ਼ਟਰਪਤੀ ਆਪਣੇ ਅਸਤੀਫੇ ਹਟਾਉਣ, ਮੌਤ ਜਾਂ ਕਿਸੇ ਹੋਰ ਕਾਰਨ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਯੋਗ ਹੁੰਦਾ ਹੈ, ਤਾਂ ਉਹ ਭਾਈ ਵੱਧ ਤੋਂ ਵੱਧ ਉਪ ਰਾਸ਼ਟਰਪਤੀ 6 ਮਹੀਨੇ ਤੱਕ ਕਾਰਜ ਸੰਭਾਲ ਸਕਦਾ। ਇਹ ਗੱਲ ਤੁਸੀਂ ਯਾਦ ਰੱਖਣੀ ਹੈ ਚੰਗੀ ਤਰ੍ਹਾਂ, ਠੀਕ ਹੈ। ਆਈ ਪ੍ਰਸ਼ਨ ਇੰਗਲਿਸ਼ 'ਚ ਆ ਗਿਆ, ਦੇਖ ਲਿਓ ਭਾਈ। ਜਿਹੜੇ ਬੱਚੇ ਨੂੰ ਪੰਜਾਬੀ 'ਚ ਸਮਝ ਨਹੀਂ ਆਉਂਦੀ ਤਾਂ ਉਹ ਇੰਗਲਿਸ਼ 'ਚ ਦੇਖ ਲਿਓ। ਭਾਰਤ ਦੇ ਅਟਾਰਨੀ ਜਨਰਲ ਆਫ ਇੰਡੀਆ, ਅਟਾਰਨੀ ਜਨਰਲ ਆਫ ਇੰਡੀਆ ਜਾਂ ਆਰਟੀਕਲ 76 ਦੇ ਵਿੱਚ ਆਉਂਦਾ ਗਾ। ਇਹਦੀ ਨਿਯੁਕਤੀ ਕੌਣ ਕਰਦੇ ਨੇ? ਅਪੋਇੰਟ ਕੌਣ ਕਰਦਾ? ਤਾਂ ਕੈਗ ਹੋ ਗਿਆ, ਅਟਾਰਨੀ ਜਨਰਲ ਆਫ ਇੰਡੀਆ ਹੋ ਗਿਆ, ਸਾਰੇ ਨੂੰ ਰਾਸ਼ਟਰਪਤੀ ਅਪੋਇੰਟ ਕਰਦਾ। ਇਹ ਗੱਲ ਯਾਦ ਰੱਖਣੀ ਹੈ। ਆਪਰੇਸ਼ਨ 'ਚ ਆ ਗਿਆ ਹੂ ਅਪੋਇੰਟ ਦਾ ਅਟਾਰਨੀ ਜਨਰਲ ਆਫ ਇੰਡੀਆ? ਕਿਸ ਨੇ ਕਿਹਾ ਸੀ ਕਿ ਕੈਬਨਿਟ ਉਹ ਧੁਰਾ ਹੈ ਜਿਸ ਦੇ ਦੁਆਲੇ ਸਾਰੀ ਰਾਜਨੀਤਿਕ ਮਸ਼ੀਨਰੀ ਘੁੰਮਦੀ ਰਹਿੰਦੀ ਹੈ? ਠੀਕ ਹੈ, ਦੇਖੋ ਹੂ ਸੈਡ ਡੈਟ ਦਾ ਕੈਬਨਿਟ ਇਜ਼ ਦਾ ਪੋਇਵਟ ਅਰਾਊਂਡ ਵਿਚ ਦਾ ਹੋਲ ਪੋਲੀਟੀਕਲ ਮਸ਼ੀਨਰੀ ਰਿਵੋਲਵ। ਕਹਿਣਾ ਉਹਨੇ ਕਿਸ ਨੇ ਕਿਹਾ ਸੀ ਕੈਬਨਿਟ ਇੱਕ ਉਹ ਧੁਰਾ ਹੈਗਾ ਜਿਹਦੇ ਦੁਆਲੇ ਸਾਰੀ ਜਿਹੜੀ ਆਪਣੀ ਪੋਲੀਟੀ ਰਾਜਨੀਤੀ ਘੁੰਮਦੀ ਰਹਿੰਦੀ ਹੈ। ਤਾਂ ਇਹ ਗੱਲ ਕਹੀ ਸੀ ਆਪਣੇ ਸਰ ਜੌਨ ਨੇ, ਸਰ ਜੌਨ ਮੈਰਿਟ ਨੇ ਕਹੀ ਸੀ। ਗੱਲ ਯਾਦ ਰੱਖਣੀ ਸਾਰੇ ਬੱਚਿਆਂ ਨੇ। ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਬੰਦਾ ਜਿਹੜਾ ਉਹਦੇ ਅਹੁਦੇ ਦੀ ਸਹੁੰ ਨਹੀਂ ਲੈਂਦਾ? ਤਾਂ ਇਹ ਹੈਗਾ ਭਾਈ ਸਪੀਕਰ। ਸਪੀਕਰ ਆਪਣੇ ਅਹੁਦੇ ਦੀ ਕਦੇ ਵੀ ਸਹੁੰ ਨਹੀਂ ਲੈਂਦਾ ਹੁੰਦਾ, ਠੀਕ ਹੈ। ਗੱਲ ਯਾਦ ਰੱਖਣੀ ਹੈ।
स्पीकर बारे जी गल हैगी संविधान की धारा 93 है जी, आर्टिकल 93 के स्पीकर आता, ये गल याद रखनी है। वही प्रश्न फिर आ गया, हू अमंग द फॉलोइंग परसन डज नॉट टेक ऑथ इन द ऑफ द ऑफिस। इस तो बाद अगला, प्रो टाइम स्पीकर का काम की होंगे? प्रो टाइम वो होंगे कि जिन्ना चर जो सही स्पीकर से उसकी जाना मौत होगी जा किते गया होया, तो उन्ने टाइम के जो अगला प्रो टाइम स्पीकर होगा उसका काम की है? मैंबरां नूं सौं दबाओ, जांच करो कि मैंबरां दे चोण सर्टिफिकेट क्रमबद्ध च हन, स्पीकर की गैर हाज़री में सदन की कार्रवाई चलाओ, तो डिप्टी की चोण करो। तो यह आंसर है कि मैंबरां नूं सौं चुकाई। ठीक है, प्रो स्पीकर का की काम होंदा? मैंबरां नूं सौं चुकाउणा, ये गल याद रखनी है। इस तो बाद इन्हां विच ईयर बाज देखो, कहते किदों आई पहले अपने की बनता होंदा सी? ICS बनता होंदा सी, इंडियन सिविल सर्विस। कहते वह नाम बदल के बाद IAS रखता सी। ठीक है, तो यह नाम किदों रखा सी? ये नाम रखा सी भाई 1947 दे विच। ठीक है, आ देखो इंडियन सिविल सर्विस ICS रिप्लेस करता सी IAS नाल। IAS फुल फॉर्म है इंडियन पुलिस सर्विस। ठीक है, 1947 दे विच यह किया गया सी। इंटर स्टेट कौंसल का चेयरमैन किहड़ा हुंदा गा? ये आप करके गए पहला भी भाई, दोबारा रिपीट होया वा, प्रधानमंत्री। इंटर स्टेट कौंसल का चेयरमैन। हाई कोर्ट के जज्जां की नियुक्ति करते समय राष्ट्रपति हेठ लिखियां विचों किस नाल सलाह करता है? तो जो भी भाई वो राष्ट्रपति जज्जां की नियुक्ति करता हाई कोर्ट की, तो वह गल करूगा संबंधित राज के राजपाल नाल, गवर्नर नाल गल करूगा उत्थों दे नाल। ठीक है, जो हाई कोर्ट का जज लाउणा गा, ये गल याद रखनी है। देखो इंग्लिश के भी देख लो, द प्रेजिडेंट कंसल्ट विच ऑफ द फॉलोइंग वाइल अपॉइंटिंग द जज ऑफ ए स्टेट हाई कोर्ट। ठीक है, हाई कोर्ट का जज लाने बारे किहदी सलाह करूगा? गवर्नर ऑफ कंसर्न स्टेट, जितों का स्टेट का जज है। विच प्रेजिडेंट कंसल्ट फॉलोइंग अपॉइंटमेंट जज ऑफ स्टेट ऑफ हाई कोर्ट। ये वही प्रश्न दोबारा रिपीट हो गया। हू एडवाइस टू द गवर्नर विद रिगार्ड टू अपॉइंटमेंट ऑफ एडवोकेट जनरल। कहते जो गवर्नर आगा उन्हें किसी को एडवोकेट जनरल लाना है, कि लाना? एडवोकेट जनरल लाना कि गवर्नर ने, तो वह कि राय करूगा? सलाह कितों लूगा? वो लूगा सलाह चीफ मिनिस्टर तो। ठीक है, क्योंकि गवर्नर स्टेट का होंदा तो चीफ मिनिस्टर की सलाह लूगा। एडवोकेट जनरल की नियुक्ति के संबंध में राजपाल को कौन सलाह दिंदा है? मुख्यमंत्री। ऑन द बेसिस ऑन विच कंट्री कॉन्स्टिट्यूंट असैंबली मॉडरेटेड द सिस्टम ऑफ द अपॉइंट ऑफ द गवर्नर बाय द प्रेजिडेंट। कि आप हरेक प्रेजिडेंट गवर्नर को अपॉइंट करता। ठीक है, ये जो सिस्टम है गवर्नर वाला आप कि स्टेट तो लेता गा? तो ये लेता भाई आप कनेडा तो। ठीक है, गवर्नर अपॉइंट करने वाला किहड़ा तरीका ये लेता आप कनेडा तो। इस तो बाद अगे, किस देश के संविधान सभा ने राष्ट्रपति द्वारा राजपाल की नियुक्ति की प्रणाली का नमूना बनाया है? तो कनेडा। वही प्रश्न पंजाबी के पहला का। भारत के संविधान की किहड़ी धारा कहती है कि राज की कार्यकारी शक्ति राजपाल को सौंपी जाएगी? ठीक है, किहड़ी धारा कहती है भाई? देखो विच आर्टिकल ऑफ द कॉन्स्टिट्यूशन के किहड़े आर्टिकल के लिखा होया है कि जी अपनी इंडियन स्टेट है वो एक्सक्यूटिव पावर है जी वो गवर्नर कोले होगी? किहड़े आर्टिकल के लिखा होएगा? तो ये लिखा होया आर्टिकल 154 के। ये प्रश्न ऐतकी पेपर च आया होया। एक गल तुहानूं मैं होर दसदा, जे भी कोई भी पंजाब पुलिस दे विच पेपर पऊगा, ठीक है, पलीटी दे विचों, तो पलीटी दे विचों इत्थों ही पऊगा, कॉपी पेस्ट करके ही पाउणगे बस, तुसीं ये गल समझ लो। ठीक है, बाकी जो तुहानूं करवाया वो देख लो। राज विधान सभा के स्पीकर को उसके विरुद्ध मता लियाउण लई किन्ने दिन पहलां नोटिस देना पैंदा गा? तो किसी को भी नोटिस देना आपां नूं 14 दिन पहलां नोटिस भेजना पैंदा हुंदा। आ देखो इंग्लिश च आ गया, हाउ मैनी डे एडवांस, किन्ने दिन पहलां नोटिस टू बी गिवन टू स्पीकर, स्पीकर को नोटिस दिता जाऊगा स्टेट लेजिस्लेटिव असैंबली टू मूव ए रेजूलेशन अगेंस्ट हिम, उसके विरुद्ध 14 दिन। आ प्रश्न बहुत इंपॉर्टेंट है, वट इज़ द मीनिंग ऑफ द एडजॉर्नमेंट ऑफ साइन डाई। साइन डाई का की मतलब है? साइन डाई का मतलब है कि आप इंग्लिश के पंजाबी के समझते हैं। साइन डाई का की मतलब है? साइन डाई का मतलब है भाई ए नंबर ऑप्शन
ਜਿੱਥੇ ਵੀ ਸੈਂਡ ਆਈ ਆਵੇਗੀ, ਜਿਹੜੀ ਰਾਜ ਦੀ ਵਿਧਾਨ ਸਭਾ ਦੀ ਬੈਠਕ ਹੁੰਦੀ ਹੈ ਉਹਨੂੰ ਅਣਮਿੱਥੇ ਸਮੇਂ ਲਈ ਸਮਾਪਤ ਕਰਨਾ, ਠੀਕ ਹੈ, ਉਹਨੂੰ ਆਪਾਂ ਕਹਿੰਦੇ ਹਾਂ ਸਾਈਨਡ ਆਈ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅੱਗੇ, ਵਿਚ ਦਾ ਫੋਲੋਇੰਗ ਐਕਸਰਸਾਈਜ਼ ਇਹ ਕਾਸਟਿੰਗ ਵੋਟ ਇਨ ਦਾ ਕੇਸ ਆਫ ਇਕੁਅਲਿਟੀ ਵੋਟ ਆਫ ਸਟੇਟ ਲੈਜਿਸਲੇਚਰ। ਕਈ ਵਾਰੀ ਦੇਖੋ ਕੋਈ ਆਪਾਂ ਬੰਦਾ ਚੁਣਨਾ ਗਾ, ਮੰਨ ਲਓ ਕੋਈ ਆਪਾਂ ਕਿਸੇ ਉਹਦੇ ਵਾਸਤੇ ਕੋਈ ਬੰਦਾ ਚੁਣਨਾ ਗਾ, ਠੀਕ ਹੈ, ਮੰਨ ਲਓ ਪ੍ਰਧਾਨ ਮੰਤਰੀ ਦੇ ਕੋਈ ਪ੍ਰਧਾਨ ਮੰਤਰੀ ਚੁਣਨਾ, ਗੱਲ ਮੁਕਾਓ, ਤਾਂ ਪ੍ਰਧਾਨ ਮੰਤਰੀ ਨਹੀਂ ਕਹਿ ਸਕਦੇ ਆਪਾਂ, ਮੰਨ ਲਓ ਕੋਈ ਬੰਦਾ ਚੁਣਨਾ ਜਾਂ ਕੋਈ ਬਿੱਲ ਪਾਸ ਕਰਨਾ, ਯਾਰ ਕੁਛ ਵੀ ਮਰਜ਼ੀ ਲਾ ਲਓ, ਠੀਕ ਹੈ, ਉਹਦੇ ਵਿੱਚ 50 ਵੋਟਾਂ ਇੱਧਰੋਂ ਪੈ ਗਿਆ, 50 ਵੋਟਾਂ ਇੱਧਰੋਂ ਪੈ ਗਿਆ, ਆਹ ਬੰਦਾ ਵਿਚਾਲੇ ਖੜਾ, ਹੁਣ ਅੱਧ ਵਿਚਾਲਾ ਹੋ ਗਿਆ ਇਹਦਾ, ਨਾ ਤਾਂ ਉਹ ਇੱਧਰਲਾ ਨਾ ਇੱਧਰਲਾ, ਵਿਚਾਲੇ ਆ ਗਈ, ਤਾਂ ਉੱਥੇ ਜਿਹੜੀ ਵੋਟ ਪਊਗੀ, ਉੱਥੇ ਵੋਟ ਪਊਗੀ ਸਪੀਕਰ ਦੀ। ਜਿਹੜੀ ਸਪੀਕਰ ਦੀ ਵੋਟ ਹੁੰਦੀ ਉਹਨੂੰ ਆਪਾਂ ਕਹਿੰਦੇ ਕਾਸਟਿੰਗ ਵੋਟ। ਇਹ ਵੈਸੇ ਨਹੀਂ ਪਊਗੀ, ਜਿੱਥੋਂ ਕਿਤੇ ਦੋਨੇ ਪਾਸੇ 50-50 ਵੋਟਾਂ ਪੈ ਗਈਆਂ ਔਰ ਇੱਕ ਵੋਟ 'ਤੇ ਕੰਮ ਅੜ ਗਿਆ, ਉਦੋਂ ਸਪੀਕਰ ਦੀ ਵੋਟ ਪਊਗੀ, ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਤਾਂ ਇਹਦਾ ਆਨਸਰ ਹੈਗਾ ਬੀ ਨੰਬਰ ਆਪਸ਼ਨ। ਆ ਦੇਖੋ, ਰਾਜ ਵਿਧਾਨ ਸਭਾ ਦੇ ਵਿੱਚ ਵੋਟਾਂ ਦੀ ਸਮਾਨਤਾ ਦੇ ਮਾਮਲੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਸਟਿੰਗ ਵੋਟ ਦੀ ਵਰਤੋਂ ਕਰਦਾ ਹੈ? ਸਪੀਕਰ ਹੀ ਕਰਦਾ ਗਾ। ਹਾਈ ਕੋਰਟ ਦੇ ਕਿੰਨੇ ਜੱਜਾਂ ਦੇ ਹੁਣ ਤੱਕ ਮਹਾ ਅਭਿਯੋਗ ਚਲਾਇਆ ਗਿਆ ਹੈ? ਕਹਿੰਦੇ ਹਾਈ ਕੋਰਟ ਦੇ ਕਿੰਨੇ ਜੱਜ ਹੈ ਜਿਨ੍ਹਾਂ 'ਤੇ ਹੁਣ ਤੱਕ ਇੰਪੀਚਮੈਂਟ ਚਲਾਈ ਗਈ ਹੈ? ਇੰਪੀਚਮੈਂਟ ਕਿਹਨੂੰ ਹਟਾਉਣ ਵਾਸਤੇ, ਕਿ ਹਟਾਓ ਇਹਨਾਂ ਨੂੰ, ਤਾਂ ਡੀ ਨੰਬਰ ਆਨਸਰ ਆ ਜਾਊਗਾ, ਕੋਈ ਨਹੀਂ। ਹਾਊ ਮੈਨੀ ਹਾਈ ਕੋਰਟ ਜੱਜ ਹੈ ਬੀਨ ਇੰਪੀਚ? ਕੌਣ ਫੈਸਲਾ ਕਰਦਾ ਹੈ ਕਿ ਇਹ ਬਿੱਲ ਮਨੀ ਬਿੱਲ ਹੈ ਜਾਂ ਰਾਜ ਵਿਧਾਨ ਸਭਾ ਵਿੱਚ ਇਹ ਬਿੱਲ ਮਨੀ ਬਿੱਲ ਹੈਗਾ ਕਿ ਨਹੀਂ ਹੈਗਾ? ਇਹ ਗੱਲ ਸਪੀਕਰ ਦੱਸਦਾ। ਇਹ ਪ੍ਰਸ਼ਨ ਵੀ ਤੁਹਾਡੇ ਪੇਪਰ 'ਚ ਆਇਆ ਹੋਇਆ ਹੈਗਾ। ਹੂ ਡਿਸਾਈਡ ਵੈਦਰ ਏ ਬਿੱਲ ਇਜ਼ ਅ ਮਨੀ ਬਿੱਲ ਆਰ ਨੋਟ ਦਾ ਸਟੇਟ ਲੈਜਿਸਲੇਟਿਵ ਅਸੈਂਬਲੀ? ਤਾਂ ਇਹਦਾ ਆਨਸਰ ਸੇਮ ਟੂ ਸੇਮ ਹੀ ਹੈ, ਸਪੀਕਰ ਹੀ ਦੱਸੂਗਾ ਭਾਈ ਇਹ ਬਿੱਲ ਮਨੀ ਬਿੱਲ ਹੈ। ਲੋਕ ਅਦਾਲਤਾਂ ਦੇ ਸਿਧਾਂਤਾਂ 'ਤੇ ਆਧਾਰਿਤ ਹੈ। ਇਹ ਲੋਕ ਅਦਾਲਤਾਂ, ਠੀਕ ਹੈ, ਇੰਗਲਿਸ਼ 'ਚ ਦੇਖਦੇ ਹਾਂ ਆਪਾਂ। ਲੋਕ ਅਦਾਲਤ ਆਰ ਬੇਸ ਆਫ ਕਿਸ ਪ੍ਰਿੰਸੀਪਲ ਦੇ ਬੇਸ 'ਤੇ ਹੈ? ਇਹ ਲੋਕ ਅਦਾਲਤਾਂ ਬਣਾਈਆਂ ਗਈਆਂ ਹੈਗੀਆਂ, ਇਹਦਾ ਪ੍ਰਿੰਸੀਪਲ ਕੀ ਹੈ, ਬੇਸ ਕੀ ਹੈ ਇਹਦਾ? ਇਹਦਾ ਬੇਸ ਹੈਗਾ ਭਾਈ ਮਹਾਤਮਾ ਗਾਂਧੀ, MK ਗਾਂਧੀ, ਮੋਹਨ ਕਰਮ ਚੰਦ ਗਾਂਧੀ, ਠੀਕ ਹੈ। ਇਹ ਹੈਗਾ ਲੋਕ ਅਦਾਲਤ ਜਿਹੜੀਆਂ ਦਾ ਪ੍ਰਿੰਸੀਪਲ ਕੌਣ ਹੈ? MK ਗਾਂਧੀ। ਬਲਵੰਤ ਰਾਏ ਕਮੇਟੀ ਨੇ ਦੁਬਾਰਾ ਸਿਫਾਰਿਸ਼ ਕੀਤੇ ਪੰਚਾਇਤੀ ਰਾਜ ਦੇ 3 ਪੱਧਰਾਂ ਵਿੱਚੋਂ ਕਿਹੜਾ ਪੱਧਰ ਹੈ? ਠੀਕ ਹੈ, ਕਿਹੜਾ ਪੱਧਰ ਹੈਗਾ ਇਹਨਾਂ ਦੇ ਵਿੱਚੋਂ? ਪੰਚਾਇਤੀ ਦੀ ਗੱਲ ਕਰ ਰਿਹਾ, ਗ੍ਰਾਮ ਪੰਚਾਇਤ, ਪੰਚਾਇਤ ਸੰਮਤੀ, ਜ਼ਿਲ੍ਹਾ ਪ੍ਰੀਸ਼ਦ। ਕਿਹੜਾ ਭਾਈ? ਇਹਦਾ ਆਨਸਰ ਹੈਗਾ ਆਪਣਾ 1, 2, 3, ਠੀਕ ਹੈ। ਇਹ ਪੰਚਾਇਤ ਦੇ ਆ ਜਾਂਦੇ ਆ, ਗ੍ਰਾਮ ਪੰਚਾਇਤ, ਪੰਚਾਇਤੀ ਸਿਸਟਮ, ਜ਼ਿਲ੍ਹਾ ਪ੍ਰੀਸ਼ਦ, ਠੀਕ ਹੈ। ਨਗਰ ਪੰਚਾਇਤ ਨਹੀਂ ਆ ਜਾਂਦੀ, ਸ਼ਹਿਰੀ ਦੇ ਵਿੱਚ ਆ ਜਾਂਦੀ, ਇਹ ਗੱਲ ਯਾਦ ਰੱਖਣੀ ਹੈ। ਤਾਂ ਇਹ ਤਿੰਨੇ ਕਿਹੜੇ ਬਲਵੰਤ ਰਾਏ ਕਮੇਟੀ ਵੱਲੋਂ ਸਿਫਾਰਿਸ਼ ਕੀਤੇ ਗਏ ਸੀ। ਹੁਣ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਊਗਾ ਪੰਚਾਇਤੀ ਰਾਜ ਦੀ ਜਿਹੜੀ ਨੀਂਹ ਰੱਖੀ ਸੀ, ਇਹ ਵੀ ਬਲਵੰਤ ਰਾਏ ਕਮੇਟੀ 'ਚ ਰੱਖੀ ਸੀ। ਸਭ ਤੋਂ ਪਹਿਲਾਂ ਪੰਚਾਇਤੀ ਰਾਜ ਰਾਜਸਥਾਨ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ, ਇਹ ਗੱਲ ਯਾਦ ਰੱਖਣੀ ਹੈ। ਆਪਰੇਸ਼ਨ ਇੰਗਲਿਸ਼ 'ਚ ਆ ਗਿਆ ਭਾਈ ਉਹੀ। ਜਿਹੜੀ 73ਵੀਂ ਸੋਧ ਹੋਈ ਆਪਣੇ, ਉਹਦੇ ਵਿੱਚ ਔਰਤਾਂ ਲਈ ਕੁੱਲ ਕਿੰਨੀਆਂ ਸੀਟਾਂ ਦੀ ਗਿਣਤੀ ਤੋਂ ਘੱਟ ਸੀਟਾਂ ਦੇ ਰਾਖਵੇਂ ਕਰਨ ਦੀ ਵਿਵਸਥਾ ਕਰਦੀ ਹੈ? ਇਦੋਂ ਘੱਟ ਔਰਤਾਂ ਦੀਆਂ ਸੀਟਾਂ ਹੋ ਹੀ ਨਹੀਂ ਸਕਦੀਆਂ। ਤਾਂ ਇਹ ਹੈਗਾ 1/3, ਕਹਿੰਦਾ ਤਾਂ 33% ਕੋਟਾ ਰੱਖਤਾ ਔਰਤਾਂ ਦਾ 73ਵੀਂ ਸੋਧ ਦੇ ਅਨੁਸਾਰ, ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਆਹ ਦੇਖਿਆ ਹੋਇਆ ਦੁਬਾਰੇ ਫਿਰ, ਤਾਂ 73ਵਾਂ ਅਮੈਂਡਮੈਂਟ ਐਕਟ ਪ੍ਰੋਵਾਈਡ ਦਾ ਰਿਜ਼ਰਵੇਸ਼ਨ ਆਫ ਨਾਟ ਲੈਸ ਦੈਨ ਹਾਊ ਮਚ ਸੀਟ ਦਾ ਟੋਟਲ ਨੰਬਰ ਆਫ ਸੀਟ ਆਫ ਵੂਮੈਨ? ਤਾਂ 1/3 ਆ ਜਾਊਗਾ ਇਹਦਾ ਆਨਸਰ ਵੀ। ਇਸ ਤੋਂ ਬਾਅਦ ਕਿਸ ਤਰ੍ਹਾਂ ਦੇ ਸ਼ਹਿਰੀ ਖੇਤਰ ਦਾ ਪ੍ਰਬੰਧ ਨਗਰਪਾਲਿਕਾ ਦੁਆਰਾ ਕੀਤਾ ਜਾਂਦਾ ਹੈਗਾ? ਕਿਸ ਤਰ੍ਹਾਂ ਦੇ ਸ਼ਹਿਰੀ ਖੇਤਰ ਦਾ ਪ੍ਰਬੰਧ ਨਗਰਪਾਲਿਕਾ ਦੁਆਰਾ ਕੀਤਾ ਜਾਂਦਾ ਹੈਗਾ? ਤਾਂ ਇਹ ਕੀਤਾ ਜਾਂਦਾ ਸ਼ਹਿਰ ਅਤੇ ਛੋਟੇ ਸ਼ਹਿਰ, ਕਸਬੇ ਵੀ ਕਹਿ ਸਕਦੇ ਹਾਂ, ਛੋਟੇ ਸ਼ਹਿਰ ਵੀ ਕਹਿ ਸਕਦੇ ਹਾਂ, ਠੀਕ ਹੈ। ਤਾਂ ਜਿਹੜਾ ਇਹਦਾ ਸੰਬੰਧ ਉਹ ਨਗਰਪਾਲਿਕਾ ਦੁਆਰਾ ਕੀਤਾ ਜਾਂਦਾ ਹੈਗਾ। ਆ ਲਿਖਿਆ ਹੋਇਆ ਹੈਗਾ, ਵਿੱਚ ਕਾਈਂਡ ਆਫ ਅਰਬਨ ਏਰੀਆ, ਅਰਬਨ ਹੁੰਦਾ ਜਿਹੜਾ ਸ਼ਹਿਰੀ ਏਰੀਆ ਹੁੰਦਾ, ਐਡਮਿਨਿਸਟਰ ਬਾਏ ਦਾ ਮਿਊਨਿਸਪੈਲਿਟੀ, ਕਿਹਦੇ ਅੰਡਰ ਆ ਜਾਂਦਾ? ਇਹ ਟਾਊਨ ਐਂਡ ਸਮਾਲਰ ਸਿਟੀਆਂ ਦੇ ਅੰਡਰ ਆ ਜਾਂਦਾ। ਕਿਸ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਕਿ ਵੋਟ ਪਾਉਣ ਦੀ ਉਮਰ ਘੱਟੋ ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ? ਤਾਂ ਇਹ ਕਰੀ ਸੀ ਤਰਕੁੰਡੇ ਕਮੇਟੀ ਨੇ। ਇਹ ਪ੍ਰਸ਼ਨ ਬਹੁਤ ਇੰਪੋਰਟੈਂਟ ਹੈਗਾ, ਠੀਕ ਹੈ, ਯਾਦ ਰੱਖਿਓ ਸਾਰੇ ਬੱਚੇ। ਉਹੀ ਪ੍ਰਸ਼ਨ ਰਿਪੀਟ ਹੋ ਗਿਆ ਇੰਗਲਿਸ਼ ਦੇ ਵਿੱਚ। ਦਾ ਨੈਸ਼ਨਲ ਕਮਿਸ਼ਨ ਫੋਰ ਬੈਕਵਰਡ ਕਲਾਸ, ਜਿਹੜਾ ਆਪਣਾ ਨੈਸ਼ਨਲ ਕਮਿਸ਼ਨ ਹੁੰਦਾ ਬੈਕਵਰਡ ਕਲਾਸਾਂ ਦਾ, ਇਸ ਕੌਂਸਟੀਟਿਊਟ ਅੰਡਰ ਵਿੱਚ ਆਰਟੀਕਲ ਆਫ ਦਾ ਕੌਂਸਟੀਟਿਊਸ਼ਨ ਆਫ ਇੰਡੀਆ। ਦਾ ਨੈਸ਼ਨਲ ਕਮਿਸ਼ਨ ਫੋਰ ਬੈਕਵਰਡ ਕਲਾਸ, ਜਿਹੜੀਆਂ ਆਪਣੇ ਬੈਕਵਰਡ ਕਲਾਸਾਂ ਹੁੰਦੀਆਂ ਜਿਹਨੂੰ BC ਕਹਿ ਦਿੰਦੇ ਆ, ਠੀਕ ਹੈ, ਜਾਂ ਹੋਰ ਵੀ ਹੈਗੀਆਂ, ਇਹ ਕਿਹੜੀ ਕੌਂਸਟੀਟਿਊਸ਼ਨ ਦੇ ਵਿੱਚ ਆ ਜਾਂਦੀਆਂ ਆਪਣੇ 'ਚ? ਇਹ ਆ ਜਾਂਦੀਆਂ ਭਾਈ ਆਪਣੇ 38B ਦੇ ਵਿੱਚ, 338B ਦੇ ਵਿੱਚ ਆ ਜਾਂਦੀਆਂ। ਪੰਜਾਬੀ 'ਚ ਵੀ ਦੇਖ ਲਓ, ਇਹ ਪੰਜਾਬੀ 'ਚ ਹੈ ਨਹੀਂ ਸੱਚ। ਨੀਤੀ ਆਯੋਗ ਦਾ ਚੇਅਰਮੈਨ ਕੌਣ ਹੁੰਦਾ? ਇਹ ਤਾਂ ਤੁਹਾਨੂੰ ਪਤਾ ਹੀ ਹੈ,
ਪ੍ਰਾਈਮ ਮਿਨਿਸਟਰ। ਨੀਤੀ ਆਯੋਗ ਦਾ ਚੇਅਰਮੈਨ ਉਸ ਸਮੇਂ ਦਾ ਪ੍ਰਾਈਮ ਮਿਨਿਸਟਰ ਹੋਊਗਾ, ਕੋਈ ਵੀ ਹੈ। ਕਈ ਵਾਰ ਇਹ ਪੁੱਛ ਲੈਂਦੇ ਕਿ ਥਿੰਕ ਟੈਂਕ ਕਿਸ ਨੂੰ ਕਿਹਾ ਜਾਂਦਾ ਹੈ। ਥਿੰਕ ਟੈਂਕ ਵੀ ਨੀਤੀ ਆਯੋਗ ਨੂੰ ਕਿਹਾ ਜਾਂਦਾ। ਬਹੁਤ ਬਹੁਤ ਇੰਪੋਰਟੈਂਟ ਪੋਜੀਸ਼ਨ ਹੈ ਇਹ। ਨੀਤੀ ਆਯੋਗ ਦਾ ਚੇਅਰਮੈਨ ਦੁਬਾਰਾ ਰਿਪੀਟ ਹੋ ਗਿਆ। ਹੂ ਸੈਡ, ਕਿਸ ਨੇ ਕਿਹਾ ਸੀ ਇਟ ਇਜ਼ ਨੋਟ ਏ ਚੇਂਜ ਆਫ ਨੇਮ, ਕਿ ਇਹ ਇਕੱਲਾ ਨਾਮ ਨਹੀਂ ਬਦਲਿਆ ਗਿਆ। ਦਾ ਪਲੈਨਿੰਗ ਕਮਿਸ਼ਨ ਇਜ਼ ਬਿਨ ਐਬਲੋਸ਼, ਕਹਿੰਦਾ ਮਤਲਬ ਜਿਹੜਾ ਪਲੈਨਿੰਗ ਕਮਿਸ਼ਨ ਸੀ ਉਸ ਨੂੰ ਚੰਗੀ ਤਰ੍ਹਾਂ ਐਬਲੋਸ਼ ਕਰਤਾ ਇਹਨਾਂ ਨੇ, ਐਬੋਲਿਸ਼ਡ ਕਰਤਾ ਚੰਗੀ ਤਰ੍ਹਾਂ। ਬਿਕੋਜ਼ ਦੇ ਡੂ ਨੋਟ ਬਲੀਵ ਆਫ, ਕਿਉਂਕਿ ਇਹਨਾਂ ਨੂੰ ਸਰਕਾਰ ਦੇ ਕੰਮਾਂ 'ਤੇ ਵਿਸ਼ਵਾਸ ਨਹੀਂ ਸੀ। ਤਾਂ ਕਿਹੜੀ ਕਮੇਟੀ ਨੇ ਗੱਲ ਕੀਤੀ ਸੀ, ਪੰਜਾਬੀ 'ਚ ਦੇਖ ਲਓ ਇੱਕ ਵਾਰੀ। ਇਹ ਕਿਸ ਨੇ ਕਿਹਾ ਸੀ ਕਿ ਨਾਮ ਦੀ ਤਬਦੀਲੀ ਨਹੀਂ ਹੈ, ਯੋਜਨਾ ਕਮਿਸ਼ਨ ਨੂੰ ਖਤਮ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸਰਕਾਰ ਦੀ ਯੋਜਨਾਬੰਦੀ ਵਿੱਚ ਵਿਸ਼ਵਾਸ ਨਹੀਂ ਕਰਦੇ। ਤਾਂ ਇਹ ਗੱਲ ਕਹੀ ਸੀ ਗੁਰਦਾਸ ਦਾਸ ਗੁਪਤਾ ਨੇ। ਗੁਰਦਾਸ ਦਾਸ ਗੁਪਤਾ ਨੇ ਗੱਲ ਕਹੀ ਸੀ। ਪੋਜੀਸ਼ਨ ਬਹੁਤ ਇੰਪੋਰਟੈਂਟ ਆ ਭਾਈ। ਰੇਪ, ਬਲਾਤਕਾਰ ਇਜ ਡਿਫਾਈਨ ਇਨ ਵਿਚ ਸੈਕਸ਼ਨ ਆਫ ਇੰਡੀਅਨ ਪੈਨਲ ਕੋਡ। ਕਈ ਵਾਰੀ ਡਾਇਰੈਕਟ ਹੀ ਆ ਜਾਂਦਾ ਕਿ IPC ਫੁੱਲ ਫਾਰਮ ਕੀ ਹੈ। IPC ਫੁੱਲ ਫਾਰਮ ਹੈਗੀ ਹੈ ਇੰਡੀਅਨ ਪੈਨਲ ਕੋਡ। ਆਪਾਂ ਕਹਿੰਦੇ IPC ਧਾਰਾ ਇੰਨੀ ਲੱਗੀ ਇੰਨੀ ਤਰੀਕ, ਕਹਿੰਦੇ ਉਹਦੇ 'ਚ ਰੇਪ ਕਿਹੜੀ ਧਾਰਾ ਦੇ ਵਿੱਚ ਆਉਂਦਾ ਗਾ, ਤਾਂ ਇਹ ਆਉਂਦਾ ਬਈ ਸੈਕਸ਼ਨ 375 ਦੇ ਅੰਡਰ। ਠੀਕ ਹੈ, ਯਾਦ ਰੱਖਿਓ ਇਹ ਗੱਲ। ਬਲਾਤਕਾਰ ਨੂੰ ਭਾਰਤੀ ਦੰਡ ਸੰਹਿਤਾ ਦੇ ਕਿਹੜੇ ਭਾਗ ਦੇ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈਗਾ, ਉਹ ਪ੍ਰਸ਼ਨ ਦੁਬਾਰੇ ਫੇਰ ਆ ਗਿਆ। ਹੂ ਇਜ਼ ਦਾ ਹੈਡ ਆਫ ਦਾ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ। ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਹੈ, ਇਹਦਾ ਹੈੱਡ ਕੌਣ ਹੁੰਦਾ ਹੈਗਾ, ਸਿੱਧਾ ਰੱਟਾ ਲਾ ਲਓ ਇਹ ਪ੍ਰਸ਼ਨ ਦਾ। ਇਹਦਾ ਹੈੱਡ ਹੁੰਦਾ ਭਾਈ ਚੀਫ ਕਮਿਸ਼ਨਰ। ਠੀਕ ਹੈ, ਗੱਲ ਯਾਦ ਰੱਖਣੀ ਹੈ ਇਹ। ਦੁਬਾਰੇ ਰਿਪੀਟ ਹੋਈ ਜਾਂਦੇ ਪ੍ਰਸ਼ਨ। ਵਿੱਚ ਦਾ ਫੋਰੈਸਟ ਰਿਸਰਚ ਇੰਸਟੀਟਿਊਟ ਲੋਕੇਟਡ, ਜਿਹੜਾ ਆਪਣਾ ਫੋਰੈਸਟ ਹੈਗਾ ਜੰਗਲੀ ਰਿਸਰਚ ਇੰਸਟੀਟਿਊਟ ਹੈ, ਇਹ ਕਿੱਥੇ ਸਥਿਤ ਹੈ, ਇਹ ਹੈਗਾ ਦੇਹਰਾਦੂਨ ਦੇ ਵਿੱਚ। ਠੀਕ ਹੈ, ਆਹ ਤੁਸੀਂ ਦੱਸਣਾ ਭਾਈ ISD ਫੁੱਲ ਫਾਰਮ ਕੀ ਹੁੰਦੀ ਹੈ। ਠੀਕ ਹੈ, ਇਹ GST ਨਾਲ ਹੀ ਰਿਲੇਟਡ ਹੈਗਾ। ਦੱਸੋਗੇ ਕਮੈਂਟਾਂ ਦੇ ਵਿੱਚ ਕਿ ਨਹੀਂ? ਬੋਲੋ ਪੁੱਤਰੋ, ਦੱਸੋ ਕਮੈਂਟਾਂ ਦੇ ਵਿੱਚ। ਜੇ ਕਿਸੇ ਨੂੰ ਪਤਾ ਹੈਗਾ ਜ਼ਰੂਰ ਦੱਸਣਾ ਹੈਗਾ। ਜੇਕਰ ਕਿਸੇ ਬੱਚੇ ਨੂੰ ਨਹੀਂ ਪਤਾ ਤਾਂ ਫਿਰ ਤੁਸੀਂ ਆਪਦੇ ਆਪ ਕਰ ਲਿਓ। ਵੈਸੇ ਮੇਰਾ ਇਰਾਦਾ ਹੈ ਨਹੀਂ ਕਰਵਾਉਣ ਦਾ। ਚਲੋ ਪੁੱਤ ਦੱਸ ਦਿੰਦਾ, ਕਿਉਂਕਿ ਫਿਰ ਤੁਸੀਂ ਉਲਝਦੇ ਰਹੋਗੇ ਇਹ ਗੱਲ ਦੇ ਵਿੱਚ। ਤਾਂ ISD ਜਿਹੜੇ GST ਨਾਲ ਰਿਲੇਟਡ ਆ, ਇਹਦੀ ਫੁੱਲ ਫਾਰਮ ਹੈਗੀ ਇਨਪੁੱਟ ਸਰਵਿਸ ਡਿਸਟਰੀਬਿਊਟਰ। ਬੱਚੋ ਜਿਹੜੇ ਆਹ ਮੈਂ ਆਪਰੇਸ਼ਨ ਕਰਵਾਏ ਆ, ਠੀਕ ਹੈ, ਧਿਆਨ ਨਾਲ ਗੱਲ ਸੁਣ ਲਓ। ਜਿਹੜੇ ਮੈਂ ਆਹ ਆਪਰੇਸ਼ਨ ਕਰਵਾਏ ਆ, ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਨਾ ਮੈਂ ਕਹਿਣਾ ਕਿ ਰੱਟੇ ਲਾ ਲਓ, ਰੱਟੇ। ਇਹ ਪੰਜਾਬ ਦੇ ਵੱਡੇ ਵੱਡੇ ਪੇਪਰਾਂ 'ਚ ਆਏ ਹੋਏ ਆਪਰੇਸ਼ਨ ਹੈਗੇ। ਕਿਉਂਕਿ ਤੁਸੀਂ ਦੇਖਿਓ ਇਹ ਜਿਹੜੇ ਪੇਪਰ ਚੱਕਦੇ ਇਹਨਾਂ ਨੇ ਕਿਤੋਂ ਚੱਕ ਲਿਆ, ਕਿਤੋਂ ਚੱਕ ਲਿਆ। ਠੀਕ ਹੈ, ਇਹ ਵੀ ਮੇਰੇ ਪੁਰਾਣੇ ਪੇਪਰਾਂ 'ਚੋਂ ਕੱਢੇ ਹੋਈ ਹੈ। ਇਹ ਹੁਣ ਕੀ ਕਰਦੇ ਹੁੰਦੇ, ਇਹ ਨਾ ਉੱਥੇ ਜਾ ਕੇ ਕਾਪੀ ਪੇਸਟ ਮਾਰ ਕੇ ਤੁਹਾਨੂੰ ਪੇਪਰ ਬਣਾ ਦਿੰਦੇ ਹੁੰਦੇ ਆ। ਠੀਕ ਹੈ, ਕਿਉਂਕਿ ਇੰਨਾ ਮਿਹਨਤੀ ਕੋਈ ਨਹੀਂ ਹੈਗਾ ਕਿ ਇਕੱਲਾ ਪੇਪਰ ਬਣਾਊਗਾ ਇਹ। ਤਾਂ ਇਹ ਮਤਲਬ ਕਾਪੀ ਪੇਸਟ ਹੀ ਕਰਿਆ ਵਾ ਹੁੰਦਾ ਸਾਰਾ ਡਾਟਾ। ਅਤੇ ਚੰਗੀ ਤਰ੍ਹਾਂ ਯਾਦ ਕਰ ਲਓ। ਆ ਜਿਹੜੇ MCQ ਕਰਵਾਏ ਆ ਮੈਂ, ਤੁਸੀਂ ਦੇਖੋ ਜਿੰਨੀਆਂ ਵੀਡੀਓ ਪਹਿਲਾਂ ਕਰਵਾਈਆਂ ਤੁਸੀਂ ਦੇਖੋ 35 ਨੰਬਰ ਦੀ GK ਆਉਣੀ ਹੈ ਤੁਹਾਨੂੰ ਉਹਦੇ ਪੇਪਰ ਦੇ ਵਿੱਚ। 35 ਦੀ ਉਹਨੇ 40 ਦੀ ਉਹਨੇ, ਮੈਨੂੰ ਹਜੇ ਦੇਖਿਆ ਨਹੀਂ ਮੈਂ। ਚਲੋ ਮੰਨ ਲਓ 35 ਦੀ ਆਉਣੀ ਹੈ। 35 ਦੇ ਵਿੱਚ ਤੁਸੀਂ ਇਹ ਸਮਝ ਲਓ ਕਿ ਤੁਹਾਨੂੰ 8 ਤੋਂ 10 ਨੰਬਰਾਂ ਦੀ ਇਕੱਲੀ ਪੋਲੀਟੀਕਲ ਪਊਗੀ। ਠੀਕ ਹੈ, ਪੋਲੀਟੀਕਲ ਪਊਗੀ 8 ਤੋਂ 10 ਨੰਬਰਾਂ ਦੀ। ਤਾਂ ਇਹ ਲੈਕਚਰ ਚੰਗੀ ਤਰ੍ਹਾਂ ਲਾ ਲਓ ਭਾਈ। ਠੀਕ ਹੈ, ਅਤੇ ਜੇ ਬਸ ਇਹੀ ਇੰਪੋਰਟੈਂਟ ਪ੍ਰਸ਼ਨ ਹੈ। ਜੇ ਕੋਈ ਹੋਰ ਹੋਇਆ ਤਾਂ ਕਰਵਾ ਦੂੰਗਾ, ਨਹੀਂ ਬਸ ਇਹਦੇ ਉੱਤੇ ਕੁਛ ਨਹੀਂ ਆਊਗਾ। ਹੁਣ ਛੁਰੀਆਂ ਤੁਹਾਨੂੰ ਕਰਵਾਈਆਂ ਹੋਈਆਂ, ਕੁਛ ਨਹੀਂ ਰਿਹਾ ਮਗਰ ਹੁਣ। ਧੰਨਵਾਦ ਮੇਰੇ ਦੋਸਤੋ, ਜਿਉਂਦੇ